ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਲੰਬੇ ਸਮੇਂ ਤੋਂ ਬੰਦੀ ਸਿੰਘ ਬੰਦ ਨੇ। ਉਹਨਾਂ ਵਿੱਚੋਂ ਬਹੁਤ ਸਾਰੇ ਸਿੰਘ ਇਦਾਂ ਦੇ ਹੈਗੇ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਪਰ ਬਾਵਜੂਦ ਇਹਦੇ ਸਰਕਾਰ ਵੱਲੋਂ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਲੰਬੇ ਸਮੇਂ ਤੋਂ ਜਦੋਜਹਿਦ ਕੌਮ ਵੱਲੋਂ ਕੀਤੀ ਜਾਂਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਜੇਲ੍ਹਾਂ ਦੀਆਂ ਚਾਰ ਦੀਵਾਰੀਆਂ ਚੋਂ ਬਾਹਰ ਲਿਆਂਦਾ ਜਾ ਸਕੇ, ਪਰ ਹਾਲੇ ਤੱਕ ਸਫਲਤਾ ਨਹੀਂ ਮਿਲ ਸਕੀ ਹੈ। ਹੁਣ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਤਾਂ ਚੱਲਦੀ ਹੈ। ਜਿਹੜੇ ਪੁਰਾਣੇ ਸਿੰਘ ਹੈਗੇ ਨੇ ਜੇਲ੍ਹਾਂ 'ਚ ਬੰਦ, ਕਿਸੇ ਨੂੰ 27 ਸਾਲ ਹੋ ਗਏ, ਕਿਸੇ ਨੂੰ 32 ਵਰ੍ਹੇ ਹੋ ਚੁੱਕੇ ਨੇ। ਮੈਂ ਅਕਸਰ ਗੱਲ ਕਰਦਾ ਹੁੰਦਾ ਹੈ ਕਿ ਇੱਕ ਤਾਂ ਉਹ ਸਿੰਘ ਨੇ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਨੇ, ਜਿਨ੍ਹਾਂ ਦੇ ਨਾਮ ਲੈ ਕੇ ਉਹਨਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ, ਔਰ ਦੂਜੇ ਬੰਨੇ ਉਹ ਸਿੰਘ ਨੇ ਜਿਨ੍ਹਾਂ ਨੂੰ ਸਮੇਂ-ਸਮੇਂ 'ਤੇ ਜਿਹੜੇ ਅੱਜ ਵੀ ਜਦੋਂ ਕੋਈ ਸੰਘਰਸ਼ ਕਰਦੇ ਆ ਤਾਂ ਉਸ ਵੇਲੇ ਚੁੱਕ ਕੇ ਜੇਲ੍ਹਾਂ ਵਿੱਚ ਤੁੰਨਿਆ ਜਾਂਦਾ। ਬਹੁਤ ਸਾਰੇ ਸਿੰਘ ਇੱਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਰੰਜ ਹੈ ਕਿ ਜਦੋਂ ਅਸੀਂ ਸੰਘਰਸ਼ ਤੋਂ ਬਾਅਦ ਜੇਲ੍ਹਾਂ ਦੀਆਂ ਚਾਰ ਦੀਵਾਰੀਆਂ ਵਿੱਚ ਜਾਂਦੇ ਹਾਂ ਤਾਂ ਪਿੱਛੇ ਸਾਡੀ ਕੌਮ ਬਾਂਹ ਨਹੀਂ ਫੜਦੀ। ਇੱਦਾਂ ਵੀ ਹੁੰਦੀ ਹੈ ਬਹੁਤ ਵਾਰ। ਉਹਦੇ ਨਾਲ ਜਿਹੜਾ ਇੱਕ ਨੁਕਸਾਨ ਹੁੰਦਾ ਹੈ, ਮੈਨੂੰ ਲੱਗਦਾ ਵੀ ਉਹ ਨੁਕਸਾਨ ਇਹ ਹੁੰਦਾ ਹੈ ਜਿਹੜੀ ਕੌਮ ਦੀ ਨਵੀਂ ਪੀੜ੍ਹੀ ਹੁੰਦੀ ਹੈ ਉਹਦੇ ਵਿੱਚ ਇੱਕ ਵਾਰ ਥੋੜ੍ਹੀ ਜਿਹੀ ਨਿਰਾਸ਼ਤਾ ਜ਼ਰੂਰ ਆਉਂਦੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਕੌਮ ਉਸ ਤਰੀਕੇ ਨਾਲ ਪਿੱਛਾ ਨਹੀਂ ਕਰਦੀ ਜਿਸ ਤਰੀਕੇ ਦੇ ਨਾਲ ਪਿੱਛਾ ਕੀਤਾ ਜਾਣਾ ਚਾਹੀਦਾ ਹੁੰਦਾ ਹੈ। ਕਿਹੜੇ ਮਸਲੇ ਨੇ, ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਸਿੰਘ ਜੇਲ੍ਹਾਂ ਵਿੱਚ ਜਾਂਦੇ ਨੇ, ਆਪਾਂ ਸਾਰੇ ਜਾਣਦੇ ਹਾਂ। 1947 ਤੋਂ ਲੈ ਕੇ ਹੁਣ ਤੱਕ ਕਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਕਦੇ ਕੌਮ ਦਾ ਘਾਣ ਕਿਸੇ ਨਾ ਕਿਸੇ ਰੂਪ 'ਚ ਕੀਤਾ ਜਾਂਦਾ ਹੈ, ਫੇਕ ਐਨਕਾਊਂਟਰ ਹੁੰਦੇ ਆ। ਉਹ ਸਾਰਾ ਕੁਝ ਆਪਾਂ ਪਿੱਛੇ ਹਟਾਇਆ ਹੈਗਾ, ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਾਦਸਤੂਰ ਜਾਰੀ ਹੈ। ਉਸ ਤੋਂ ਇਲਾਵਾ ਕਦੀ ਸਿੱਖ ਕੌਮ ਦੇ ਯੋਧੇ ਜਰਨੈਲ, ਕਿਸੇ ਜਰਨੈਲ ਦੀ ਫੋਟੋ ਸਿੰਘ ਨੇ ਗੱਡੀ ਦੇ ਉੱਪਰ ਲਾਈ ਆ ਜਾਂ ਖਾਲਸਾ ਨਿਸ਼ਾਨ ਸਾਹਿਬ ਲਾਇਆ ਹੋਇਆ ਤਾਂ ਉਹ ਲਾ ਕੇ ਸੁੱਟਿਆ ਜਾਂਦਾ ਹੈਗਾ ਵੀ ਆਪਾਂ ਇਹ ਨਹੀਂ ਲਾਉਣ ਦੇਣੇ। 6 ਜੂਨ ਦਾ ਦਿਨ ਕੌਮ ਨੇ ਮਨਾਉਣਾ ਹੈ, ਨਹੀਂ ਮਨਾਉਣ ਦੇਣਾ ਜੀ, ਸ਼ਿਵ ਸੈਨਾ ਵਾਲਿਆਂ ਵੱਲੋਂ ਰੌਲਾ ਪਾਇਆ ਜਾਂਦਾ ਹੈਗਾ। ਖਾਲਸਾ ਰਾਜ ਦੀ ਗੱਲ ਹੁੰਦੀ ਹੈ, ਸੰਵਿਧਾਨ ਇਸ ਗੱਲ ਦੀ ਮਨਾਹੀ ਨਹੀਂ ਕਰਦਾ ਹੈਗਾ। ਜੇ ਹਿੰਦੂ ਰਾਸ਼ਟਰ ਦੀ ਗੱਲ ਕੋਈ ਕਰਦਾ ਤੇ ਖਾਲਸਾ ਰਾਜ ਦੀ ਗੱਲ ਵੀ ਕੀਤੀ ਜਾ ਸਕਦੀ ਹੈ। ਸੰਵਿਧਾਨ ਇਸ ਗੱਲ ਦੀ ਮਨਾਹੀ ਨਹੀਂ ਕਰਦਾ। ਪੋਸਟਰ ਜਾਰੀ ਕੀਤੇ ਜਾਂਦੇ ਆ, ਅਸੀਂ ਸਿੱਖਾਂ ਦੇ ਖਿਲਾਫ ਇਹ ਕਰਾਂਗੇ, ਅਸੀਂ ਇਹਨਾਂ ਦੇ ਖਿਲਾਫ ਉਹ ਕਰਾਂਗੇ। ਇੱਦਾਂ ਦੇ ਸਾਰੇ ਮਸਲੇ ਹੈਗੇ ਆ ਜਿਨ੍ਹਾਂ ਨੂੰ ਲੈ ਕੇ ਸੰਘਰਸ਼ ਅੱਜ ਵੀ ਚੱਲ ਰਿਹਾ ਹੈਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ ਦਾ ਮਸਲਾ ਜਿਹੜਾ ਹੈਗਾ, ਇਹ ਤਾਂ ਸਭ ਤੋਂ ਉੱਚਾ, ਸਭ ਤੋਂ ਵੱਡਾ ਮਸਲਾ ਹੈਗਾ ਜਿੱਥੋਂ ਆਪਾਂ ਅਗਵਾਈ ਲੈ ਕੇ ਆਪਣੇ ਸਾਰੇ ਕਾਰਜ ਕਰਨੇ ਹੁੰਦੇ ਆ। ਔਰ ਤੁਸੀਂ ਹੈਰਾਨੀ ਦੀ ਗੱਲ ਵੇਖੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਹੱਥ ਵਿੱਚ ਗੁਰੂ ਘਰਾਂ ਦਾ ਪ੍ਰਬੰਧ ਹੁੰਦਾ ਹੈ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਕੌਮ ਨੇ ਸੰਘਰਸ਼ ਕਰਨਾ ਹੁੰਦਾ ਹੈ ਜਾਂ ਚਾਹੀਦਾ ਸੀ ਪਰ ਉਹ ਨਹੀਂ ਕਰ ਪਾਏ। ਸੋਚ ਕੇ ਵੇਖੋ ਕਿੱਡੀ ਵੱਡੀ ਗੱਲ ਹੈ। ਦੁਸ਼ਮਣ ਧੱਕਾ ਕਰੇ ਤਾਂ ਕਰੇ, ਦੁਸ਼ਮਣ ਤੁਹਾਡੇ ਨਾਲ ਬਦਸਲੂਕੀ ਕਰੇ ਤਾਂ ਕਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠੋਂ ਜੇ 328 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਗਾਇਬ ਹੋ ਜਾਣ ਤਾਂ ਫਿਰ ਤੁਸੀਂ ਦੱਸੋ ਕਿਹਨੂੰ ਦੋਸ਼ ਦਈਏ, ਦੁਸ਼ਮਣ ਨੂੰ ਕੀ ਆਖੀਏ। ਆਪਣਿਆਂ ਬਾਰੇ ਗੱਲ ਕਰ ਲੈਂਦੇ ਹਾਂ। ਪਿਛਲੇ ਤਕਰੀਬਨ 18 ਮਹੀਨੇ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਬਿਤਾ ਕੇ ਆਏ ਨੇ ਭਾਈ ਸੁਖਜੀਤ ਸਿੰਘ ਖੋਸੇ, ਮੇਰੇ ਨਾਲ ਹੈਗੇ ਨੇ। ਆਪਾਂ ਉਹਨਾਂ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਭਈ ਕਿਸ ਮਸਲੇ ਨੂੰ ਲੈ ਕੇ ਜੇਲ੍ਹ ਵਿੱਚ ਗਏ ਸੀਗੇ। 328 ਸਰੂਪਾਂ ਦਾ ਸੰਘਰਸ਼ ਕੀਤਾ ਸੀਗਾ, ਉਸ ਤੋਂ ਬਾਅਦ ਕੁੱਟ ਵੀ ਖਾਧੀ। ਮੈਂ ਕੁੱਟ ਲਫ਼ਜ਼ ਬੋਲਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਵੱਲੋਂ। ਮੈਂ ਵੀ ਦੇਖਿਆ, ਇੰਟਰਵਿਊ ਕੀਤੀ ਸੀਗੀ, ਸਾਰੀ ਦੁਨੀਆ ਨੇ ਵੇਖਿਆ, ਸਾਰਾ ਕੁਝ ਹੋਇਆ। ਆਪਾਂ ਜਾਣਦੇ ਹਾਂ ਵੀ ਜੇਲ੍ਹ ਦੇ ਵਿੱਚ ਕਿੱਦਾਂ ਦਾ ਉਹਨਾਂ ਦਾ ਰਿਹਾ ਸਫ਼ਰ, ਅੱਜ ਕੀ ਸੋਚਦੇ ਨੇ। ਕਈ ਵਾਰ ਹੁੰਦਾ, ਕਈਆਂ ਨੂੰ ਲੱਗਦਾ ਕਿ ਯਾਰ ਹੁਣ ਬੰਦਾ ਜੇਲ੍ਹ ਵਿੱਚ ਜਾ ਆ, ਹੁਣ ਚੁੱਪ ਕਰਕੇ ਘਰੇ ਬਹਿ ਜਾਣਾ ਹੈਗਾ। ਤੁਹਾਨੂੰ ਲੱਗਦਾ ਹੈ ਕਿ ਭਾਈ ਸੁਖਜੀਤ ਸਿੰਘ ਖੋਸੇ ਜਾਂ ਇਹਨਾਂ ਵਰਗੇ ਹੋਰ ਸਿੰਘ ਜਿਹੜੇ ਹੈਗੇ ਆ ਉਹਨਾਂ ਨੂੰ ਘਰੇ ਬਹਿ ਜਾਣਾ ਚਾਹੀਦਾ ਵੀ ਯਾਰ ਛੱਡੋ ਪਰਾਂ, ਨਹੀਂ ਸਾਡੇ ਸਵਾਲਾਂ ਦਾ ਉਹ ਜਵਾਬ ਦਿੰਦੇ, ਨਹੀਂ ਸਾਡੇ ਸਵਾਲ ਦਾ ਜਵਾਬ ਦਿੰਦੇ ਕਿ 328 ਸਰੂਪ ਕਿੱਥੇ ਨੇ 328 ਸਰੂਪ। ਸੁਖਜੀਤ ਸਿੰਘ ਖੋਸੇ ਮੇਰੇ ਨਾਲ ਨੇ। ਭਾਈ ਸਾਹਿਬ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ 18 ਮਹੀਨੇ ਜੇਲ੍ਹ 'ਚ ਬਿਤਾ ਕੇ ਆਏ ਹੋ, ਕਿੱਦਾਂ ਦਾ ਰਿਹਾ ਸਫ਼ਰ? ਮਾਰੇ ਕਹਿੰਦੇ ਜੈ ਜਾਈਏ ਤਹਾਂ ਸਹੇਲੇ, ਕਰ ਕਿਰਪਾ ਪ੍ਰਭ ਮੇਲੇ। ਹੁਣ ਜਿੱਥੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹ ਪੰਕਤੀਆਂ ਪੜ੍ਹ ਕੇ ਢਰਾਸ ਦੇਣੀ ਪੈਂਦੀ ਹੈ ਮਨ ਨੂੰ, ਅਤੇ ਹੈ ਵੀ ਇਹ ਬਿਲਕੁਲ ਸੱਚਾਈ ਆ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਹਦਾ ਹੁਕਮ ਮੰਨ ਕੇ ਜੇਲ੍ਹ ਬਤੀਤ ਹੁੰਦੀ ਹੈ। ਜੇ ਉਹਦੇ ਹੁਕਮ ਤੋਂ ਬਾਹਰ ਚੱਲੀਏ ਫਿਰ ਜੇਲ੍ਹ ਵਿੱਚ ਰਹਿਣਾ ਜਿਹੜਾ ਉਹ ਸਖੈਣ ਨਹੀਂ, ਦੁਖਦਾਈ ਹੁੰਦਾ ਹੈ। ਪਰੰਤੂ ਮੈਂ ਤੁਹਾਡੀ ਸਾਰੀ ਜਿਹੜੀ ਸਪੀਚ ਸੀ, ਜਿਹੜੀ ਸ਼ੁਰੂਆਤ ਸੀ, ਭੂਮਿਕਾ ਸੀ, ਉਹਨੂੰ ਸਰਵਣ ਕਰ ਰਿਹਾ ਸੀ। ਬਹੁਤ ਕੁਛ ਤੁਸੀਂ ਮੇਰੇ ਕਹਿਣ ਦੀ ਲੋੜ ਨਹੀਂ ਕਹਿ ਦਿੱਤਾ ਹੈ, ਕਿਉਂਕਿ
ਕਿਸੇ ਨੇ ਬੜਾ ਸੋਹਣਾ ਲਿਖਿਆ ਹੈ, ਫੁੱਲ ਰੋਇਆ ਮਾਲਣ ਹੱਥ ਦੇਖ ਸੂਈ, ਜਿਗਰ 'ਚ ਛੇਕ ਪਾਇਆ ਤਾਂ ਆਪਣਿਆਂ ਨੇ, ਮੁਰਦਾ ਰੋਇਆ ਦਗੇ ਦੀ ਦੇਖ ਦੁਨੀਆ, ਚਿਤਾ ਨੂੰ ਲਾਂਬੂ ਲਾਇਆ ਤਾਂ ਆਪਣਿਆਂ ਨੇ, ਰੁੱਖ ਰੋਇਆ ਕੁਹਾੜੇ ਵਿੱਚ ਦੇਖ ਦਸਤਾ, ਜੜ੍ਹਾਂ ਨੂੰ ਟੱਕ ਲਾਇਆ ਤੇ ਆਪਣਿਆਂ ਨੇ। ਹੁਣ ਇਹਦੀ ਵਿਸ਼ਲੇਸ਼ਣ ਕਰਨ ਦੀ ਲੋੜ ਨਹੀਂ ਹੈ, ਇਹ ਆਪਣੇ ਆਪ ਵਿੱਚ ਕਹਾਵਤ ਬਹੁਤ ਕੁਝ ਕਹਿ ਰਹੀ ਹੈ। ਕਿਉਂ ਜਦੋਂ ਆਪਣੇ ਬੇਗਾਨੇ ਹੋ ਜਾਣ, ਆਪਣੇ ਗੈਰਾਂ ਨਾਲ ਰਲ ਜਾਣ, ਤੇ ਅਕਸਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਖਦਾਈ ਪਲ ਉਦੋਂ ਹੀ ਖੜ੍ਹੇ ਹੁੰਦੇ ਨੇ, ਉਦੋਂ ਹੀ ਤੁਹਾਡੇ ਕਿਸੇ ਸੰਘਰਸ਼ ਨੂੰ ਢਾਹ ਲੱਗਦੀ ਹੈ, ਜਦੋਂ ਤੁਹਾਡੇ ਆਪਣੇ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਤਸ਼ੱਦਦ ਦਾ ਸ਼ਿਕਾਰ ਹੋਣ ਤੋਂ ਡਰਦਿਆਂ ਹੋਇਆਂ ਸਿੱਧੇ ਅਤੇ ਅਸਿੱਧੇ ਢੰਗ ਦੇ ਨਾਲ ਦੁਸ਼ਮਣ ਦੀ ਜਿਹੜੀ ਅਧੀਨਗੀ ਕਬੂਲ ਲੈਂਦੇ ਆ। ਜਦੋਂ ਦੁਸ਼ਮਣ ਦੀ ਅਧੀਨਗੀ ਕਬੂਲੀ ਜਾਂਦੀ ਹੈ, ਫਿਰ ਉਹਦੇ ਵਿੱਚ ਦੇਖਣ ਨੂੰ ਤਾਂ ਲੱਗਦਾ ਹੁੰਦਾ ਹੈ ਕਿ ਇਹ ਆਦਮੀ ਸੰਘਰਸ਼ ਕਰ ਰਹੇ ਨੇ, ਪਰੰਤੂ ਉਹ ਅੰਦਰੋਂ ਡਰੇ ਹੋਏ ਲੋਕ ਵੀਰ ਜਿਹੜੇ ਹੁੰਦੇ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੇ ਦਬਾਅ ਵਿੱਚ ਆ ਜਾਂਦੇ ਨੇ। ਅਸਲੀ ਜਿਹੜਾ ਆਸ਼ਾ ਹੈਗਾ ਉਹਨੂੰ ਛੱਡ ਕੇ ਹੋਰ ਬੰਨੇ ਦੀ ਕਾਰਵਾਈ ਵੱਲ ਤੁਰਦੇ ਹੈ। ਉਦੋਂ ਫਿਰ ਜਿਹੜਾ ਦੁਸ਼ਮਣ ਆ ਉਹ ਹਾਵੀ ਹੋ ਕੇ ਤੁਹਾਨੂੰ ਕੁੱਟਦਾ ਵੀ ਆ, ਮਾਰਦਾ ਵੀ ਆ, ਜੇਲ੍ਹਾਂ ਵਿੱਚ ਵੀ ਬੰਦ ਕਰ ਦਿੰਦਾ। ਇਹ ਸਾਰੀ ਗੱਲ ਹੁੰਦੀ ਉਦੋਂ ਹੀ ਆ ਜਦੋਂ ਤੁਹਾਡਾ ਏਕੇ ਦਾ ਸੂਤ ਜਿਹੜਾ ਟੁੱਟ ਜਾਂਦਾ, ਏਕੇ ਦੀ ਲੜੀ ਟੁੱਟ ਜਾਂਦੀ ਹੈ। ਭਾਈ ਸਾਹਿਬ ਜੀ, ਐਤਕੀ ਤੁਹਾਡੀ ਮੈਨੂੰ ਲੱਗਦਾ ਕਿ ਤੁਸੀਂ ਅੱਗੇ ਵੀ ਕਈ ਵਾਰ ਜੇਲ੍ਹ ਗਏ ਹੋ, ਪਰ ਇੰਨੀ ਲੰਬੀ ਜੇਲ੍ਹ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਸ਼ਾਇਦ ਤੁਸੀਂ ਕੱਟੀ ਹੈਗੀ ਆ। ਐਤਕੀ ਜੇਲ੍ਹ ਯਾਤਰਾ ਦੀ ਮੁੱਖ ਵਜ੍ਹਾ ਕੀ ਸੀਗੀ ਭਲਾ? ਦੇਖੋ ਜੀ, ਦੋ ਗੱਲਾਂ ਨੇ। ਇੱਕ ਤਾਂ ਹਿਊਮਨ ਦੀ ਲੜਾਈ ਵੀ ਹੈ ਸੀ, ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਔਰ ਪੁਲਿਸ ਫੜਦੀ ਨਹੀਂ, ਉਹ ਧਰਮਕੋਟ ਦਾ ਥਾਣਾ। ਇੱਕ ਨੌਜਵਾਨ ਦੀ ਲੱਤ ਕੱਟੀ ਜਾਂਦੀ ਹੈ, ਉਹਨਾਂ ਦੇ ਫਾਦਰ ਸਾਹਿਬ ਦੀ ਬਾਂਹ ਫ੍ਰੈਕਚਰ ਹੋ ਜਾਂਦੀ ਗੋਲੀਆਂ ਵੱਜ ਕੇ। 16 ਦਿਨ ਲਾਸ਼ ਜਿਹੜੀ ਮੋਰਚਰੀ 'ਚ ਪਈ ਰਹਿੰਦੀ ਹੈ, ਸੰਸਕਾਰ ਨਹੀਂ ਉਹ ਕਰਦੇ ਕਿ ਮੁਲਜ਼ਮ ਫੜੋ। ਜਦੋਂ ਮੁਲਜ਼ਮ ਫੜਾਉਣ ਵਾਸਤੇ ਅਸੀਂ ਉਹਦੇ ਐਜੀਟੇਸ਼ਨ ਕਰਦੇ ਹਾਂ, ਸਾਡੇ 'ਤੇ 307 ਧਾਰਾ ਲਾ ਕੇ ਸਾਨੂੰ 5 ਸਿੰਘਾਂ ਨੂੰ ਅੰਦਰ ਕਰ ਦਿੱਤਾ ਜਾਂਦਾ, 4 ਦੀਆਂ ਜ਼ਮਾਨਤਾਂ ਹੋ ਜਾਂਦੀਆਂ। ਮੇਰੇ ਲਈ ਸਾਰੀ ਜਿਹੜੀ ਆ ਉਹਦੀ ਕਾਂਗਰਸ ਗੌਰਮੈਂਟ ਦਾ ਜਿਹੜਾ ਜੋ ਵੀ ਤੰਤਰ ਸੀਗਾ ਸਰਕਾਰੀ ਖੜ੍ਹਾ ਹੋ ਜਾਂਦਾ, ਕਿਉਂਕਿ ਇਹਨਾਂ ਦੀ ਭਿਆਲੀ ਹੈਗੀ ਸੀਗੀ। ਕੋਲੀਸ਼ਨ ਸਰਕਾਰ ਸੀ, ਪਰਦੇ ਦੇ ਅੰਦਰ ਬਾਦਲ ਅਤੇ ਕਾਂਗਰਸ, ਉਹ ਮੈਨੂੰ ਜੇਲ੍ਹ ਵਿੱਚ ਰੱਖਣ ਲਈ ਤਤਪਰ ਹੋ ਜਾਂਦੇ ਆ। ਮਤਲਬ ਆਪਣਾ ਜਿਵੇਂ ਕਹਿ ਲਓ ਕਿ ਦੁਸ਼ਮਣ ਸਿਰੀ ਚੁੱਕ ਲੈਂਦਾ। ਉਹਨਾਂ ਨੂੰ ਇਹ ਸੀਗਾ ਕਿ ਜਿਹੜਾ ਆਦਮੀ ਹੈ ਨਾ ਕਾਂਗਰਸ ਦੇ ਦਬਾਅ ਵਿੱਚ ਆਇਆ ਸਰਕਾਰ 'ਚ, ਨਾ ਇਹ ਬਾਦਲਾਂ ਦੀ ਇਹਨੇ ਪ੍ਰਵਾਹ ਮੰਨੀ, ਇਹ ਬੋਲੀ ਜਾਂਦਾ, ਇਹ ਸਰਕਾਰ ਦੇ ਖਿਲਾਫ ਬੋਲਦਾ, ਇਹਨੂੰ ਅੰਦਰ ਕੀਤਾ ਜਾਵੇ। ਨਾਲ ਦੀ ਨਾਲ ਜਦੋਂ ਉੱਥੇ ਅਰੈਸਟ ਹੁੰਦੀ ਆ 328 ਸਰੂਪ ਮਹਾਰਾਜ ਸਾਹਿਬ ਦਾ ਜਿਹੜਾ ਆਪਾਂ 41 ਦਿਨ ਮੰਜੀ ਸਾਹਿਬ ਮੋਰਚਾ ਲਾਇਆ ਸੀਗਾ, ਉਹਦੇ ਵਿੱਚ 41ਵੇਂ ਦਿਨ ਜੋ ਹੋਇਆ ਉਹ ਸਾਰੀ ਸੰਗਤ ਜੱਗ ਜਾਣਦੀ ਹੈ ਵੀ ਉਹਨਾਂ ਨੇ ਕਿੱਦਾਂ ਡੰਡੇ ਦਾ ਜ਼ੋਰ ਦੇ ਨਾਲ ਸਾਰੀ ਇਹ ਜਿਹੜੀ ਉਹਨੂੰ ਡਿਸਟਰਬ ਕੀਤਾ ਮੋਰਚੇ ਨੂੰ। ਉਹਦੇ 'ਚ ਵੀ ਅਰੈਸਟ ਪਾ ਲਈ ਜਾਂਦੀ ਹੈ। ਜਿਹੜਾ 77 ਭੂਰੇ ਕੋਨੇ ਵੱਲੋਂ ਬਿਆਨ ਦਿੱਤਾ ਗਿਆ ਸੀ ਜੀ, ਗੱਡੀ ਭੰਤੀ, ਜਦ ਕਿ ਸਾਰਾ ਸੰਸਾਰ ਜਾਣਦਾ ਕਿ ਉਹ ਤਸਵੀਰਾਂ ਵਾਇਰਲ ਹੋਈਆਂ, ਉਹਦੇ ਵਿੱਚ ਮੇਰੀ ਤਸਵੀਰ ਤੱਕ ਵੀ ਹੈ ਨਹੀਂ, ਜਾਂ ਮੈਨੂੰ ਪਤਾ ਨਹੀਂ, ਮੇਰੇ ਕੋਲ ਤਾਂ ਖੁਦ ਉੱਠ ਕੇ ਚੱਲਿਆ ਹੀ ਨਹੀਂ ਸੀ ਜਾਇਆ ਜਾ ਰਿਹਾ। ਮੈਨੂੰ ਫੜ ਕੇ ਲੈ ਕੇ ਗਏ ਸੀਗੇ ਉੱਥੋਂ ਬਾਹਰ ਕੱਢ ਕੇ। ਪਰੰਤੂ ਇਹ ਫਿਰ ਜਦੋਂ ਵੇਖੋ, ਮੈਂ ਇੱਕ ਆਮ ਕਿਸਾਨ ਦਾ ਬੇਟਾ, ਮੈਂ ਇੱਕ ਆਮ ਸਿੱਖ ਹਾਂ, ਮੈਂ ਗਰੀਬ ਸਿੱਖ ਹੈਗਾ। ਮੇਰੇ ਕੋਲ ਜਿਹੜੀ ਫਾਈਨੈਂਸ਼ੀਅਲੀ ਪਾਵਰ ਨਹੀਂ ਹੈਗੀ ਇਹਨਾਂ ਦੇ ਨਾਲ ਮੱਥਾ ਲਾਉਣ ਦੀ। ਤਕੜੇ ਇਹਨਾਂ ਕੋਲ ਵਕੀਲ ਆ, ਸਰਕਾਰ ਦੇ ਵਕੀਲ ਖੜ੍ਹੇ ਹੋ ਜਾਂਦੇ ਆ, ਜ਼ਮਾਨਤ ਨਹੀਂ ਹੋਣ ਜਾਂਦੀ। ਧਰਮ ਲਈ ਲੜਦਿਆਂ ਮੇਰੀ ਜਿਹੜੀ ਸੈਸ਼ਨ ਜੱਜ ਨੇ ਜਿਹੜੀ ਸਟੇਟਮੈਂਟ ਹੈਗੀ ਉਹਨਾਂ ਦੀ ਕਿ ਹੈਬਚੁਅਲ ਕ੍ਰਿਮੀਨਲ ਹੈਗਾ, ਇਹ ਆਦਤੀ ਮੁਜਰਮ ਮੈਂ ਬਣ ਜਾਂਦਾ ਹੈਗਾ ਕਿ ਮੈਂ ਧਰਮ ਲਈ ਲੜਦਾ, ਕਸੂਰ ਮੇਰਾ ਇੰਨਾ। ਮੈਨੂੰ ਹੁਣ ਸਰਕਾਰ ਦੇ ਕਾਗਜ਼ਾਂ ਵਿੱਚ ਮੈਂ ਹੈਬਚੁਅਲ ਕ੍ਰਿਮੀਨਲ ਹਾਂ। ਮੈਂ ਤੁਹਾਡੀ ਗੱਲ ਮਾੜੀ ਜਿਹੀ ਰੋਕਣੀ ਚਾਹੂੰਗਾ। ਮੈਂ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਮੈਂ ਇੱਥੋਂ ਗੱਲ ਆਪਾਂ ਦੁਬਾਰਾ ਸ਼ੁਰੂ ਕਰ ਲੈਣੀ ਆ। ਮੈਨੂੰ ਯਾਦ ਆ, ਤੁਹਾਨੂੰ ਵੀ ਯਾਦ ਹੈਗਾ ਭਾਈ ਸਾਹਿਬ ਜੀ, ਤੁਹਾਨੂੰ ਵੀ ਚੇਤਾ ਆ ਜਾਣਾ, 1947 ਨੂੰ ਜਦੋਂ ਮੁਲਕ ਆਜ਼ਾਦ ਹੋਇਆ ਨਾ, ਉਦੋਂ ਪਹਿਲਾਂ ਸਿੱਖ ਜਿਹੜੇ ਸੀਗੇ ਬਹੁਤ ਚੰਗੇ ਲੱਗਦੇ ਸੀਗੇ, ਪਰ ਜਦੋਂ ਮੁਲਕ ਆਜ਼ਾਦ ਹੋ ਗਿਆ, ਸਿੱਖਾਂ ਨੇ ਆਪਣੇ ਜਦੋਂ ਹੱਕਾਂ ਦੀ ਗੱਲ ਕੀਤੀ ਤਾਂ ਉਦੋਂ ਬਾਅਦ ਪਹਿਲਾ ਤੋਹਫਾ ਦਿੱਤਾ ਗਿਆ ਸੀਗਾ ਹੁਕੂਮਤ ਵੱਲੋਂ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਔਰ ਤੁਸੀਂ ਵੀ ਜਦੋਂ ਉਹੀ ਲਫ਼ਜ਼ ਬੋਲੇ ਮੈਨੂੰ ਚੇਤੇ ਆ ਗਈ ਗੱਲ, ਹੋਵੇ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ। ਇਹ ਆਦਤਨ ਮੁਜਰਮ, ਮਤਲਬ ਤੁਸੀਂ ਜੁਰਮ ਹੀ ਕਰਦੇ ਹੋ, ਤੁਹਾਡੀ ਆਦਤ ਬਣ ਚੁੱਕੀ ਆ। ਮੈਂ ਕਿਹਾ ਜੀ ਹੁਣ ਤਾਂ ਉਹ ਸਰਕਾਰ ਦੀ ਸਟੇਟਮੈਂਟ ਵਿੱਚ ਲਿਖਿਆ ਗਿਆ ਸੈਸ਼ਨ ਜੱਜ ਦੇ, ਫਿਰ ਇਹ ਨਹੀਂ ਹੈਗਾ ਕਿ ਉਸੇ ਹੀ ਜਿਹੜਾ ਆਰਡਰ ਨੂੰ
ਹਾਈ ਕੋਰਟ ਦੇ ਸਤਿਕਾਰਯੋਗ ਜੱਜ ਸਾਹਿਬ ਵੀ ਪ੍ਰਸਿਊ ਕਰ ਦਿੰਦੇ ਆ, ਉਹ ਵੀ ਕਹਿੰਦੇ ਕਿ ਹੈਪਚਲ ਦਿਸ ਇਜ਼ ਅ ਬੇਲ ਇਜ਼ ਦਾ ਡਿਸਮਿਸ, ਉਹ ਬੇਲ ਮੇਰੀ ਉੱਥੇ ਵੀ ਡਿਸਮਿਸ ਹੁੰਦੀ ਆ। ਫਿਰ ਪ੍ਰਮਾਤਮਾ ਦਾ ਭਾਣਾ ਮੰਨ ਕੇ ਬੈਠਦੇ ਆ, ਇਹਨੇ ਨੂੰ ਉਹ 328 ਸਰੂਪਾਂ ਵਾਲੇ 'ਚ ਵੀ ਅਰੈਸਟ ਪਾ ਲੈਂਦੇ ਹੈਗੇ ਆ ਝੂਠੇ ਪਰਚੇ ਵਿੱਚ। ਫਿਰ ਉੱਥੇ ਜੀ ਜਦੋਂ ਫਿਰ ਐਡੀਆਂ ਵੱਡੀਆਂ ਤਾਕਤਾਂ, ਫਿਰ ਸਾਡੇ ਕੋਲ ਤਾਂ ਥੋੜ੍ਹਾ ਸਰਮਾਇਆ ਪੂੰਜੀ ਦੇ ਹਿਸਾਬ ਦੇ ਨਾਲ ਅਸੀਂ ਆਪਣੇ ਜਿੰਨੇ ਕੁ ਵਕੀਲ ਵਿਚਾਰੇ ਲੜਾਈ ਲੜ ਸਕਦੇ ਲੜਾਈ ਲੜੀ। ਔਰ ਦੂਜੀ ਵੱਡੀ ਗੱਲ ਕਿ ਪਿਛਲੇ ਬੰਨੇ ਜਿਹੜੀ ਆਵਾਜ਼ ਉਹ ਬੰਦ ਹੋ ਗਈ, ਸਾਰੇ ਸੁਸਰੀ ਵਾਂਗੂ ਸੌਂ ਜਾਂਦੇ ਹੈਗੇ। ਜਦੋਂ ਆਵਾਜ਼ ਹੀ ਨਹੀਂ ਨਿਕਲਦੀ, ਫਿਰ ਜਦੋਂ ਕੱਲਾ ਦੁਸ਼ਮਣ ਦੇ ਡਿੱਕੇ ਘੇਰੇ ਵਿੱਚ ਆ ਜਾਂਦਾ, ਇਤਿਹਾਸ ਗਵਾਹ ਆ ਇੱਥੇ ਅਭਮਨਿਊ ਵਰਗੇ ਯੋਧੇ ਉਹ ਮਾਰੇ ਜਾਂਦੇ ਆ, ਅਰਜਨ ਦੇ ਬੇਟੇ, ਕਿਉਂਕਿ ਉਹ ਜਦੋਂ ਕੱਲਾ ਹੀ ਚੱਕਰੂ ਨਹੀਂ ਤੋੜ ਸਕਿਆ। ਹੁਣ ਇੱਕ ਇਨਸਾਨ ਜਦੋਂ ਅੰਦਰ ਆ ਜਾਂਦਾ, ਏਡੀਆਂ ਵੱਡੀਆਂ ਤਾਕਤਾਂ ਦੇ ਨਾਲ ਟੱਕਰ ਲੈਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਫਿਰ ਵੀ ਮੈਂ ਉਸ ਸੱਚੇ ਪਾਤਸ਼ਾਹ ਪਰਮੇਸ਼ਰ ਦਾ ਤੇ ਜਿਹੜੇ ਉਂਗਲਾਂ 'ਤੇ ਗਿਣੇ ਜਾਣ ਵਾਲੇ ਗੁਰਸਿੱਖ ਜਿਨ੍ਹਾਂ ਨੇ ਇਹਦੇ ਲਈ ਐਫਰਟ ਕੀਤੇ ਆ, ਜਿਹੜੇ ਵਕੀਲ ਸਾਹਿਬਾਂ ਨੇ ਮਦਦ ਕੀਤੀ ਹੈਗੀ ਆ, ਅਤੇ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਹਾਂ ਵੀ ਉਹਨਾਂ ਨੇ ਇਹ ਜਿਹੜਾ ਆਪਾਂ ਨੂੰ ਇਸ ਚੱਕਰਵਿਊਹ 'ਚੋਂ ਬਾਹਰ ਕੱਢਣ ਲਈ ਰੋਲ ਨਿਭਾਇਆ। ਪਰੰਤੂ ਕਈ ਹੁਣ ਇਹ ਆਵਾਜ਼ ਦੇਖ ਕੇ ਨਾ ਕਹਿੰਦੇ ਹੁਣ ਵੀ ਸ਼ੁਕਰਗੁਜ਼ਾਰ ਖਰਿਆ ਜੇਲ੍ਹ ਵਿੱਚ ਕੋਈ ਐਡੀ ਗੱਲ ਨਹੀਂ ਹੈ, ਜੇਲ੍ਹ ਬਣੀ ਸਿੰਘਾਂ ਵਾਸਤੇ ਹੁੰਦੀ ਹੈ, ਪਰੰਤੂ ਕੋਈ ਕਾਰਨ ਤੇ ਹੋਵੇ, ਕੁਝ ਹੋਵੇ ਤਾਂ ਸਹੀ। ਝੂਠਿਆਂ ਪਰਚਿਆਂ ਵਿੱਚ ਜੇਲ੍ਹਾਂ ਵਿੱਚ ਡੱਕਣਾ ਮਾਰੇ, ਕਹਿੰਦੇ ਜੇ ਸਖਤਾ ਸਖਤੇ ਕੋ ਮਾਰੇ ਤੋ ਮਨ ਰੋਸ ਨਾ ਹੋਈ। ਹੁਣ ਫਿਰ ਵੇਖੋ ਟੱਕਰ ਤਾਂ ਬਰਾਬਰ ਦੀ ਨਹੀਂ ਨਾ ਹੈਗੀ। ਅਸੀਂ ਇੱਕ ਆਮ ਇਹ ਸਰਕਾਰਾਂ, ਪਰ ਸਰਕਾਰਾਂ ਦੇ ਥਪੇੜਿਆਂ ਦੇ ਵਿੱਚ, ਸਿਸਟਮ ਦੇ ਥਪੇੜਿਆਂ ਵਿੱਚ ਬੰਦਾ ਰੁਲ ਜਾਂਦਾ, ਇਹ ਰੋਲ ਲੈਂਦੇ ਆ। ਅਤੇ ਦੂਜੀ ਗੱਲ ਜਿਹੜੀ ਸਾਡੇ ਵਾਲਾ ਭਾਈਚਾਰਾ, ਇਹ ਸਾਨੂੰ ਜਿਹੜੇ ਅਸੀਂ ਜੇਲ੍ਹਾਂ 'ਚ ਚਲਦੇ ਉਹਨਾਂ ਨੂੰ ਵਸਾਰ ਦਿੰਦਾ, ਪਰੰਤੂ ਜਦੋਂ 5-7 ਸਾਲ ਜਾਂ ਕੁਝ ਮਹੀਨੇ ਹੋ ਜਾਂਦੇ ਆ, ਫਿਰ ਇਹਨਾਂ ਦੀ ਅੱਖ ਖੁੱਲ੍ਹਦੀ ਆ ਵੀ ਹੈ ਉਹ ਬੰਦਾ ਹੈ ਕੋਈ। ਫਿਰ ਇਹ ਉੱਠਦੇ ਆ, ਜਾਗਦੇ ਆ। ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ, ਮੈਨੂੰ ਖਿਮਾ ਕਰਿਓ, ਜਦੋਂ ਉਹ ਸਰੀਰ ਕਰਕੇ ਵਿਚਰਦੇ ਸੀ, ਪੂਰਨ ਤੌਰ 'ਤੇ ਸਾਥ ਨਹੀਂ ਦਿੱਤਾ। SGPC ਦੀਆਂ ਇਲੈਕਸ਼ਨਾਂ ਵਿੱਚ ਸੰਤ ਜੀ ਨੇ ਜਿੰਨੇ ਉਮੀਦਵਾਰ ਖੜ੍ਹੇ ਕੀਤੇ, ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਅਸੀਂ ਉਹਨਾਂ ਨੂੰ ਹਰਾਇਆ ਸਾਡੇ ਲੋਕਾਂ ਨੇ। ਅਤੇ ਅੱਜ ਅਸੀਂ ਤਸਵੀਰਾਂ ਦੀ ਗੱਲ ਕਰਦੇ ਹਾਂ, ਤਸਵੀਰਾਂ ਲਾਉਣ ਦੀ ਗੱਲ ਕਰਦੇ ਹਾਂ। ਅਸੀਂ ਗਿਆਂ ਤੋਂ ਮਗਰੋਂ ਉਹ ਮਾਰੇ ਕਹਿੰਦੇ ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸ਼ਰਾਧ ਖਰਾਈ, ਫਿਰ ਉੱਦਾਂ ਦੀ ਲੱਗਦੀ ਐਕਟੀਵਿਟੀ ਆ। ਫਿਰ ਅਸੀਂ ਉਹ ਮਰੇ ਦੇ ਮੂੰਹ 'ਚ ਘਿਓ ਦੇਣ ਪੈਂਦੇ ਹਾਂ, ਫਿਰ ਉਹ ਉਹਦਿਆਂ ਘਰਦਿਆਂ ਨੂੰ ਜਾ ਕੇ ਸਰੋਪੇ ਦੇਈ ਜਾਂਦੇ ਹਾਂ, ਉਹਦਾ ਬਰਸੀਆਂ ਮਨਾਈ ਜਾਂਦੇ ਹਾਂ। ਇਹ ਮੈਂ ਸੰਤ ਗਿਆਨੀ ਜਰਨੈਲ ਸਿੰਘ ਦੀ ਬਰਸੀ ਬਾਰੇ ਕੋਈ ਕਮੈਂਟ ਨਹੀਂ ਕਰ ਰਿਹਾ, ਆਮ ਜਿੰਨੇ ਵੀ ਸਿੱਖਾਂ ਨਾਲ ਇਹੀ ਹੋ ਰਿਹਾ, ਠੀਕ ਹੈ ਜੀ। ਇਹ ਜਦੋਂ ਕੋਈ ਚਲਿਆ ਜਾਂਦਾ ਉਦੋਂ ਫਿਰ ਅਸੀਂ ਉੱਥੇ ਦੀਵੇ ਬਾਲਣ ਚਲੇ ਜਾਂਦੇ ਹਾਂ, ਸਰੋਪੇ ਲੈ ਕੇ ਚਲੇ ਜਾਂਦੇ ਹਾਂ। ਹੁਣ ਜਿਹੜੀ ਤੁਸੀਂ ਬੰਦੀ ਸਿੰਘਾਂ ਦੀ ਭੂਮਿਕਾ ਵਾਲੀ, ਹੁਣ ਬੰਦੀ ਸਿੰਘਾਂ ਵਾਸਤੇ ਵੀ ਇੱਕ ਸ਼ਰਾਰਤਾਨਾ ਹਰਕਤਾਂ ਹੀ ਹੋ ਰਹੀਆਂ ਨਾ। ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਬੰਦੀ ਸਿੰਘ ਬਣਾਇਆ, ਉਹਨਾਂ ਲੋਕਾਂ ਨੇ ਹੁਣ ਤਹਈਆ ਵੀ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਬੰਦੀ ਸਿੰਘਾਂ ਨੂੰ ਛਡਾਵਾਂਗੇ। ਮੇਰੇ ਖਿਆਲ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਪਿੱਛੇ ਜਿਹੜਾ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਇਕੱਠ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਔਰ ਸੁਖਬੀਰ ਬਾਦਲ ਵੀ ਹਾਜ਼ਰ ਸੀ, ਉਹਦੀ ਗੱਲ ਕਰ ਰਹੇ ਹੋ? ਮੈਨੂੰ ਕੁਛ ਦੁੱਖ ਹੋਇਆ। ਮੈਂ ਉਹਨਾਂ ਦੀਆਂ ਸਟੇਟਮੈਂਟਾਂ ਪੜ੍ਹਦਾ ਰਿਹਾ, ਉਹ ਅੱਤਵਾਦੀ ਕਹਿੰਦੇ ਰਹੇ ਆ, ਉਹ ਕਹਿੰਦੇ ਰਹੇ ਆ ਜੀ ਇਹ ਸ਼ਰਾਰਤੀ ਅਨਸਰ ਆ। ਜਿੱਦਣ ਸਰਬੱਤ ਖਾਲਸੇ ਵਿੱਚ ਹਵਾਰਾ ਜੀ ਨੂੰ ਕੌਮ ਨੇ ਜਥੇਦਾਰ ਚੁਣਿਆ, ਉਸ ਦਿਨ ਉਹਨਾਂ ਨੇ ਕਿਹਾ ਸੀ ਕਿ ਇੱਕ ਅੱਤਵਾਦੀ ਜਥੇਦਾਰ ਕਿੱਦਾਂ ਹੋ ਸਕਦਾ। ਗਿਰਗਿਟ ਵੀ ਥੋੜ੍ਹਾ ਟਾਈਮ ਲਾਉਂਦੀ ਹੈ, ਪਰ ਇਹ ਲੋਕ ਰੰਗ ਹੀ ਬੜੀ ਛੇਤੀ ਬਦਲਦੇ ਆ। ਉਦੋਂ ਸਾਡੇ ਵਾਲਾ ਜਿਹੜਾ ਭਾਈਚਾਰਾ ਇਹ ਬਿਲਕੁਲ ਹੀ ਭੁਲੱਕੜ ਹੋ ਗਿਆ, ਇਹਨਾਂ ਨੂੰ ਚੇਤਾ ਹੀ ਭੁੱਲਿਆ ਫਿਰਦਾ ਬਈ ਅਸੀਂ ਕਰਦੇ ਕੀ ਆ, ਅਸੀਂ ਕਰਨਾ ਕੀ ਆ, ਕੌਣ ਕਿੱਥੇ ਕੀ ਕਿਵੇਂ। ਹੁਣ ਤਾਂ ਹੈਰਾਨਗੀ ਵਾਲੀਆਂ ਹੀ ਗੱਲਾਂ ਹੋ ਰਹੀਆਂ ਜੀ ਵੀ ਇਹ ਹੋ ਕੀ ਰਿਹਾ, ਸਾਡੀ ਕੌਮ ਇੰਨੀ ਭੁਲੱਕੜ ਬਣ ਕਿਉਂ ਗਈ ਹੈ। ਅੱਛਾ, ਕਈਆਂ ਨੂੰ ਇੱਦਾਂ ਲੱਗਦਾ ਹੈਗਾ, ਮੈਂ ਸੋਸ਼ਲ ਮੀਡੀਆ 'ਤੇ ਲਗਾਤਾਰ ਧਿਆਨ ਰੱਖਦਾ ਹੈਗਾ ਵੀ ਕੌਣ ਕੀ ਸੋਚਦਾ ਕੀ ਕਰਦਾ ਹੈਗਾ। ਕਈਆਂ ਨੂੰ ਇਹ ਲੱਗਦਾ ਹੈਗਾ ਵੀ ਚਲੋ ਦੇਰ ਆਏ ਦਰੁਸਤ ਆਏ, ਜਦੋਂ ਕਿ ਮੈਨੂੰ ਇੱਕ ਸਿੱਖ ਪੱਤਰਕਾਰ ਹੋਣ ਦੇ ਨਾਤੇ ਜੋ ਉਹਨਾਂ ਦਾ ਪਿੱਛੇ ਇਤਿਹਾਸ ਹੈਗਾ ਇਹਨਾਂ ਬਾਦਲਕਿਆਂ ਦਾ, ਜਦੋਂ ਆਪਾਂ ਉਹਦੇ ਵੱਲ ਨਜ਼ਰ ਮਾਰਦੇ ਹਾਂ ਨਾ, ਕਾਤਲ ਹਵਾਰਾ ਕੌਮ ਦੀ ਅਗਵਾਈ ਕਿੱਦਾਂ ਕਰ ਸਕਦਾ ਆ, ਇੱਦਾਂ ਦੀਆਂ ਗੱਲਾਂ ਬਾਤਾਂ। ਉਧਰਲੇ ਬੰਨੇ ਬੰਦੀ ਸਿੰਘ ਜੇਲ੍ਹਾਂ 'ਚ ਰੁਲ ਰਹੇ ਨੇ, ਇੱਧਰ ਪ੍ਰਿੰਕਾ ਚੋਪੜਾ ਕਦੀ ਕਬੱਡੀ ਕੱਪ ਕਦੀ ਫੁੱਟਬਾਲ ਇੱਦਾਂ ਦੇ ਕਰਾਉਂਦੇ ਹੁੰਦੇ ਸੀਗੇ, ਆਹ ਸਾਰਾ ਕੁਝ ਕਰਦੇ ਰਹੇ ਆ। ਔਰ ਉਹਨਾਂ ਨੇ ਬਰਾਬਰ ਘਾਣ ਕੀਤਾ, ਜਿਹਨਾਂ ਅਫਸਰਾਂ ਨੇ ਕੌਮ ਦਾ ਘਾਣ ਕੀਤਾ, ਭਾਈ ਖੋਸਾ ਜੀ, ਉਹਨਾਂ ਅਫਸਰਾਂ ਨੂੰ ਆਪਣੇ ਰਾਜ ਭਾਗ ਦੇ ਦੌਰਾਨ ਇਹ DGP ਲਾਉਂਦੇ ਰਹੇ ਆ। ਸੌਦਾ ਸਾਧ ਨੂੰ ਮਾਫੀਆਂ ਇਹਨਾਂ ਦੇ ਰਾਜ ਭਾਗ 'ਚ ਦਿੱਤੀਆਂ ਜਾਂਦੀਆਂ ਰਹੀਆਂ, ਸਾਰਾ ਕੁਝ ਆਪਾਂ ਸਾਰੇ ਜਾਣਦੇ ਹੈਗੇ ਆ। ਔਰ ਫਿਰ ਉਹਨਾਂ ਨੇ ਕਦੀ ਇਹ ਵੀ ਨਹੀਂ ਆਖਿਆ
ਕਿ ਸਾਡੇ ਕੋਲ ਬਹੁਤ ਵੱਡੀ ਭੁੱਲ ਹੋ ਗਈ ਉਹ ਆ, ਔਰ ਅਸੀਂ ਸਾਡੇ ਬੰਦੇ ਕਈ ਆਪ ਹੀ ਕਹਿਣ ਡਏ ਆ ਮੈਨੂੰ ਚਲੋ ਕੋਈ ਨਹੀਂ ਦੇਰ ਆਏ ਦਰੁਸਤ ਆਏ। ਦੇਖੋ ਜੀ, ਦੇਰ ਆਏ ਦਰੁਸਤ ਆਏ ਜਿਹੜੀ ਕਹਾਵਤ ਆ ਨਾ, ਉਹ ਹਰ ਤਾਂ ਫਿੱਟ ਨਹੀਂ ਬੈਠਦੀ। ਅਸੀਂ ਐਵੇਂ ਧੱਕੇ ਨਹੀਂ ਬਿਠਾਈ ਜਾਂਦੇ ਆ। ਹੁਣ ਮੈਂ ਜਿਹੜੇ ਵੀਰ ਉਹਦਾ ਹਿੱਸਾ ਬਣੇ ਆ, ਮੈਂ ਉਹਨਾਂ ਵੀਰਾਂ ਨੂੰ ਵੀ ਸਵਾਲ ਕਰਨਾ ਚਾਹੁੰਦਾ ਤੁਹਾਡੇ ਇਸ ਪ੍ਰੋਗਰਾਮ ਰਾਹੀਂ ਜੀ ਕਿ ਸਾਡੇ ਇੱਕ ਚੌੜ ਸਦਮਾ ਵਾਲੇ ਵੀਰ ਜਸਪਾਲ ਸਿੰਘ ਸ਼ਹੀਦ ਹੋਏ ਆ, ਡੱਬ ਵਾਲੀ ਦੇ 2 ਸ਼ਹੀਦ ਹੋਏ ਆ ਜੀ ਵੀਰ, ਫਿਰ ਲੋਹਾਰਾ ਸਾਹਿਬ ਸ਼ਹੀਦ ਹੋਏ ਆ ਲੁਧਿਆਣੇ ਕਾਂਡ 'ਚ, ਹਾਂਜੀ, ਫਿਰ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਸ਼ਹੀਦ ਹੋਏ ਆ। ਹੋਰ ਅਨੇਕਾਂ ਸ਼ਹਾਦਤਾਂ ਹੋਈਆਂ ਹੈਗੀਆਂ। ਇਹ ਬਾਦਲ ਨਰੈਣੂ ਮਹੰਤਾਂ ਦੇ ਜਦੋਂ ਰਾਜ ਵਿੱਚ, ਧਿਆਨ ਸਿੰਘ ਡੋਗਰੇ ਦੀ ਔਲਾਦ ਵੀ ਮੈਂ ਇਹਨਾਂ ਲਈ ਸ਼ਬਦ ਵਰਤਾਂ ਤੇ ਛੋਟਾ, ਇਹ ਕੁਝ ਹੋਇਆ। ਉਹ ਲੋਕ ਉਦੋਂ ਇਹਨਾਂ ਨੂੰ ਪਾਣੀ ਪੀ ਪੀ ਕੋਸਦੇ ਰਹੇ, ਜਿਹੜੇ ਅੱਜ ਇਹਨਾਂ ਦੀ ਸਟੇਜ ਦਾ ਹਿੱਸਾ ਬਣਦੇ। ਬੰਦੀ ਸਿੰਘ ਉਦੋਂ ਵੀ ਸੀ। ਉਹਨਾਂ ਦੀਆਂ ਆਤਮਾ ਅੱਜ ਕੀ ਕਹਿੰਦੀਆਂ ਹੋਣਗੀਆਂ, ਕਿ ਕੀ ਕਹਿੰਦੇ ਹੋਣਗੇ ਭਾਈ ਜਸਪਾਲ ਸਿੰਘ ਚੌੜ ਸਦਵਾ, ਕੀ ਕਹਿੰਦੇ ਹੋਣਗੇ ਡੱਬ ਵਾਲੀ ਵਾਲੇ ਵੀਰ, ਜਿਹੜੇ 3 ਵੀਰ ਮੇਰਾ ਖਿਆਲ ਉਦੋਂ ਸ਼ਹੀਦ ਹੋਏ ਸੀ, ਹਾਂਜੀ। ਲੋਹਾਰਾ ਸਾਹਿਬ ਦੀ ਆਤਮਾ ਕੀ ਕਹਿੰਦੀ ਹੋਊਗੀ, ਫਿਰ ਗੁਰਜੀਤ ਸਿੰਘ ਭਗਵਾਨ, ਕ੍ਰਿਸ਼ਨ ਭਗਵਾਨ ਸਿੰਘ ਕੀ ਕਹਿੰਦੇ ਹੋਣਗੇ, ਉਹਨਾਂ ਦਾ ਖੂਨ ਕੀ ਕਹਿੰਦਾ ਹੋਊਗਾ। ਕਿ ਉਹਨਾਂ ਦਾ ਖੂਨ ਇਸ ਕਰਕੇ ਫਿਰ ਅਸੀਂ ਡਲਵਾ ਦਿੱਤਾ ਸੀ। ਜੇ ਇਹੀ ਕੰਮ ਕਰਨਾ ਸੀਗਾ, ਕੰਪਰੋਮਾਈਜ਼ ਹੀ ਕਰਨੇ ਸੀ, ਇਹਨਾਂ ਨਾਲ ਸਮਝੌਤੇ ਹੀ ਕਰਨੇ ਸੀਗੇ, ਤੇ ਫਿਰ ਸਾਨੂੰ ਉਹਨਾਂ ਦੇ ਉੱਥੇ ਜਾ ਕੇ ਲੱਛੇਦਾਰ ਭਾਸ਼ਣ ਦੇਣ ਦੀ ਕੀ ਲੋੜ ਆ। ਪਰ ਉਹ ਕਹਿੰਦੇ ਕਿ ਅਸੀਂ ਬਾਦਲ ਕਿਆਂ ਦੇ ਸਟੇਜ ਤੇ ਨਹੀਂ ਗਏ ਹੈਗੇ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਤੇ ਗਏ ਆ। ਦੇਖੋ ਜੀ, ਤੁਸੀਂ ਇਹ ਗੱਲ ਮੰਨਦੇ ਹੋ? ਤੁਸੀਂ ਇਹ ਗੱਲ ਮੰਨਦੇ ਹੋ? ਤੁਸੀਂ ਮੈਨੂੰ ਜਵਾਬ ਦਿਓ ਵੀ ਤੁਸੀਂ ਇਹ ਗੱਲ ਮੰਨਦੇ ਹੋ ਸਟੇਜ ਕਿਹਦੀ ਹੈ, ਬਾਦਲਾਂ ਦੀ ਹੈ ਜਾਂ ਸ਼੍ਰੋਮਣੀ ਕਮੇਟੀ ਦੀ ਹੈ? ਇੱਕ ਗੱਲ ਕਲੀਅਰ ਕਰ ਲੈ ਖਾਲਸਾ ਪੰਥ, ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਨੂੰ ਕਿੰਨਾ ਚਿਰ ਹੋ ਗਿਆ? ਧਾਮੀ ਜੀ ਨੂੰ ਪ੍ਰਧਾਨ ਕਿਹਨੇ ਲਾਇਆ? ਸੰਵਿਧਾਨ ਨਾਲ ਲਾਇਆ, ਸਰਬੱਤ ਖਾਲਸਾ ਬੁਲਾ ਕੇ ਲਿਆ, ਪੰਥ ਸੰਗਤ ਇਕੱਠੀ ਕਰਕੇ ਲਾਇਆ ਧਾਮੀ ਜੀ ਨੂੰ ਪ੍ਰਧਾਨ, ਜਾਂ ਸੁਖਬੀਰ ਦੇ ਲਿਫਾਫੇ ਚੋਂ ਨਿਕਲਿਆ ਹੋਇਆ ਪ੍ਰਧਾਨ? ਜੇ ਤਾਂ ਸੁਖਬੀਰ ਦੇ ਲਿਫਾਫੇ ਚੋਂ ਨਿਕਲਣ ਵਾਲੀ ਗੱਲ ਤੁਹਾਨੂੰ ਯਾਦ ਆ, ਫਿਰ ਤਾਂ ਬਈ ਸਟੇਜ ਬਾਦਲਾਂ ਦੀ ਆ। ਫਿਰ ਜੇ ਸਟੇਜ ਬਾਦਲਾਂ ਦੀ ਨਹੀਂ ਹੈ ਤੇ ਫਿਰ ਪਿੱਟਣ ਦੀ ਕੀ ਲੋੜ ਸੀ, ਫਿਰ ਰੌਲਾ ਪਾਉਣ ਦੀ ਕੀ ਲੋੜ ਸੀ ਇੰਨਾ ਚਿਰ? ਫਿਰ ਕੀ, ਚਲੋ ਮੰਨ ਲੈਂਦੇ ਆ ਵੀ ਸਟੇਜ ਸ਼੍ਰੋਮਣੀ ਕਮੇਟੀ ਦੀ ਆ, ਫਿਰ ਉਸ ਸਟੇਜ ਦੇ ਉੱਤੇ ਕ੍ਰਿਸ਼ਨ ਭਗਵਾਨ ਸਿੰਘ ਦਾ ਤੇ ਗੁਰਜੀਤ ਸਿੰਘ ਬਿੱਟੂ ਦਾ ਗੱਲ ਨਹੀਂ ਕੀਤੀ ਗਈ, ਜਿਨ੍ਹਾਂ ਨੇ ਗਲੀਆਂ ਨਾਲੀਆਂ 'ਚ ਰੋਲਿਆ, ਗੁਰੂ ਗ੍ਰੰਥ ਸਾਹਿਬ ਨੂੰ ਰੋਲਿਆ। ਉਹਨਾਂ ਦੇ ਰਾਜ ਵਿੱਚ ਉਹਨਾਂ ਨੂੰ ਪੁੱਛਿਆ ਕਿਉਂ ਕਿ ਉਹਨੇ ਬਾਹ ਮਰੋੜ ਕੇ ਕਿਉਂ ਨਹੀਂ ਪੁੱਛਿਆ ਵੀ ਹਾਂ ਵੀ ਉੱਠ ਦੱਸ ਬਈ ਕੌਣ ਆ ਭਾਈ, ਤੈਨੂੰ ਤੇ ਕੀੜੀ ਪੇ ਤੁਰੀ ਦੀਦੀ ਸੀ ਉਦੋਂ ਸੱਜਣਾ, ਤੇ ਤੂੰ ਦੱਸ ਕੀ ਗੱਲ ਆ? ਕਿਉਂ ਨਹੀਂ ਪੁੱਛਿਆ ਕਿਸੇ ਨੇ? ਇਹ ਨੂਰਾ ਕੁਸ਼ਤੀ ਖੇਡਦੇ ਆ, ਬੰਦ ਕਰ ਦੇਣ ਰੱਬ ਦਾ ਵਾਸਤਾ। ਕੌਮ ਵੀ ਰੱਬ ਦਾ ਵਾਸਤਾ। ਕੁਝ ਮੈਂ ਆ ਸੋਸ਼ਲ ਮੀਡੀਆ ਤੇ ਪੋਸਟਾਂ ਪੜ੍ਹਦਾ ਜੀ, ਆ ਭੇਡਾਂ ਨੂੰ ਦੁੱਖ ਹੋ ਰਿਹਾ। ਉਹ ਭਰਾਵੋ, ਗੁਰੂ ਕੀ ਸੰਗਤ ਨੂੰ ਭੇਡਾਂ ਨਾ ਆਖੋ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਕਿਉਂ ਤੁਹਾਨੂੰ ਝੂਠਿਆਂ ਨੂੰ ਅੱਗ ਲੱਗ ਰਹੀ ਹੈ? ਕੀ ਸਾਨੂੰ ਲੋੜ ਪੈ ਗਈ, ਕੀ ਚੱਟੀ ਪੈ ਗਈ, ਕੀ ਇੱਕ ਬਾਦਲ ਪਰਿਵਾਰ ਹੀ ਸਭ ਕੁਝ ਹੋ ਗਿਆ? ਬਾਦਲ ਪਰਿਵਾਰ ਤੋਂ ਬਿਨਾਂ ਮੈਂ ਬੇਨਤੀ ਕਰਦਾ, ਜਿਹੜੀ ਵੀ ਕੌਮ ਜਿੱਥੇ ਵੀ ਇਕੱਠ ਰੱਖੇ, ਮੇਰਾ ਖਿਆਲ ਉਹ ਸਫਲਾ ਆ, ਉਹ ਹੋ ਸਕਦਾ ਆ। ਇਦੋਂ ਮੇਰੇ ਕੋਲ ਸ਼ਬਦ ਮੈਂ ਕਹਿਣਾ ਚਾਹੁੰਦਾ ਪਰ ਮੈਂ ਕਹਿ ਨਹੀਂ ਸਕਦਾ। ਇਦੋਂ ਭੈੜਾ, ਨੀਚ, ਕੁਕਰਮੀ ਆਦਮੀ ਕੋਈ ਸੰਸਾਰ 'ਤੇ ਪੈਦਾ ਨਹੀਂ ਹੋਣਾ, ਜਿੰਨਾ ਪਿੱਠ ਵਿੱਚ ਛੁਰਾ ਪੰਥ ਦੇ ਇਹਨਾਂ ਲੋਕਾਂ ਨੇ ਮਾਰਿਆ, ਇੰਨਾ ਕਦੇ ਹੋਰ ਕੋਈ ਮਾਰ ਨਹੀਂ ਸਕਦਾ। ਭਾਈ ਖੋਸਾ ਜੀ, 328 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਕਿੱਥੇ ਨੇ? ਇੱਕ ਇਹ ਸਵਾਲ ਸੀਗਾ, ਔਰ ਉਹੀ ਸਵਾਲ ਜਿਹੜਾ ਹੈਗਾ ਲੈ ਕੇ ਕਾਫੀ ਲੰਬੇ ਸਮੇਂ ਤੋਂ ਭਾਈ ਬਲਦੇਵ ਸਿੰਘ ਵਡਾਲਾ ਜੀ, ਉਹ ਵੀ ਬੈਠੇ ਹੋਏ ਨੇ ਦਰਬਾਰ ਸਾਹਿਬ ਦੇ ਬਾਹਰਲੇ ਬੰਨੇ, ਉਹਨਾਂ ਨੇ ਵੀ ਪੱਕਾ ਹੀ ਟੈਂਟ ਲਾਇਆ ਹੋਇਆ, ਪਰ ਉਸ ਸਵਾਲ ਦਾ ਜਵਾਬ ਹਾਲੇ ਤੱਕ ਨਹੀਂ ਮਿਲ ਪਾ ਰਿਹਾ ਹੈਗਾ। ਕੀ ਸੋਚਦੇ ਹੋ? ਹੁਣ ਤੁਸੀਂ ਬਾਹਰ ਆਏ ਹੋ, ਕੀ ਲੱਗਦਾ ਤੁਹਾਨੂੰ ਕਿ ਭਾਈ ਵਡਾਲਾ ਜੀ ਤੋਂ ਇਲਾਵਾ ਹੋਰ ਉਹ ਸੰਗੀ ਸਾਥੀ ਤੁਹਾਡੇ ਸਾਰੇ, ਜਿਨ੍ਹਾਂ ਨੇ ਸਾਰਿਆਂ ਨੇ ਤੁਸੀਂ ਮਿਲ ਜੁਲ ਕੇ 41 ਦਿਨ ਮੋਰਚਾ ਲਾਇਆ ਸੀਗਾ, ਤੁਹਾਡੀ ਉਹਨਾਂ 'ਚੋਂ ਕਿਸੇ ਨਾਲ ਗੱਲਬਾਤ ਕੋਈ ਹੋਈ ਹੈ? ਕੀ ਸੋਚਦੇ ਹੋ ਹੁਣ ਅਗਲਾ ਪ੍ਰੋਗਰਾਮ ਕੀ ਹੈ? ਦੇਖੋ ਜੀ, ਹਜੇ ਮੈਂ ਥੋੜ੍ਹੇ ਦਿਨ ਹੀ ਹੋਏ ਮੈਨੂੰ ਬਾਹਰ ਆਏ ਨੂੰ। ਮੈਂ ਵਡਾਲਾ ਸਾਹਿਬ ਦਾ ਧੰਨਵਾਦ ਵੀ ਕੀਤਾ, ਉਦਣ ਵੀ ਤੇ ਅੱਜ ਵੀ ਕਰਨਾ ਵਾ ਕਿ ਕਮ ਸੇ ਕਮ ਉਹਨਾਂ ਨੇ ਸ਼ਮਾਂ ਨੂੰ ਜਗਦੀ ਰੱਖਿਆ। ਕੁਝ ਵੀਰ ਡਰ ਕਾਰਨ, ਭੈ ਕਾਰਨ ਘਰਾਂ ਵਿੱਚ ਬੈਠ ਗਏ। ਉਹਨਾਂ ਨੂੰ ਵੀ ਬੇਨਤੀ ਕਰਨਾ ਵਾ ਕਿ ਆਓ, ਦੁਸ਼ਮਣ ਅਨਹੋਣੀ ਬਾਤ ਕਰਦਾ ਹੁੰਦਾ, ਕਾਬਲ ਦੇ ਜੰਮਿਆਂ ਨੂੰ ਨਿਤ ਨਵੀਆਂ ਮੁਹਿੰਮਾਂ ਹੁੰਦੀਆਂ, ਪਰਵਾਹ ਨਹੀਂ ਕਿਸੇ ਕੇਰੀ, ਬਾਜ ਸੱਚੇ ਨਾਏ। ਆਪਾਂ ਪਰਮੇਸ਼ਰ ਦੇ ਅਨਿਆਈ ਹੋ ਕੇ ਇਕੱਠੇ ਹੋਈਏ, ਕਿਉਂਕਿ ਹੁਣ ਹਜੇ ਮੇਰੇ ਕੋਲ ਬਹੁਤਿਆਂ ਦੇ ਸੰਪਰਕ ਵੀ ਨਹੀਂ ਹੈਗੇ, ਕਿਉਂਕਿ ਟੈਲੀਫੋਨ ਕੁਝ ਉਹ ਇੱਧਰ ਨਰੈਣੂ ਕੋੜਮੇ ਵਾਲੇ ਬੰਨੇ ਚਲੇ ਜਾਂਦੇ ਆ, ਕੁਝ ਫਿਰ ਬਾਵਰਕਿਆਂ ਵੱਲ ਚਲੇ ਜਾਂਦੇ ਆ,
ਤੇ ਹਜੇ ਬਹੁਤਾ ਕੰਡਕਟ ਨਹੀਂ ਹੋਇਆ, ਕਰਾਂਗਾ ਕੰਡਕਟ, ਸਾਰਿਆਂ ਕੋਲ ਜਾਵਾਂਗਾ, ਹੱਥ ਜੋੜ ਕੇ ਜਾਵਾਂਗਾ, ਨੰਗੇ ਪੈਰੀ ਜਾਊਂਗਾ। 328 ਸਰੂਪ ਦੀ ਗੱਲ ਦਾ ਜਿੰਨਾ ਚਿਰ ਕੋਈ ਹੱਲ ਨਹੀਂ ਲੱਭਦਾ, ਹੋ ਸਕਦਾ ਮੈਂ ਹੋਰ ਮੋਰਚੇ ਵੱਲ ਮੂੰਹ ਵੀ ਨਾ ਕਰਾਂ। 328 ਸਰੂਪ ਹੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹਨੇਰਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਮਸਲੇ ਹੱਲ ਕਰਨ ਤੋਂ ਬਿਨਾਂ ਸਿੱਖ ਦਾ ਹੋਰ ਕੋਈ ਕੰਮ ਫਰਜ਼ ਬਣਦਾ ਨਹੀਂ ਹੈ। ਵਡਾਲਾ ਜੀ ਨਾਲ ਹੋ ਸਕਦਾ ਜਥੇਬੰਦੀਆਂ ਦੇ ਮਤਭੇਦ ਹੋਣ, ਪਰੰਤੂ ਉਹਨਾਂ ਨੇ ਇਸ ਗੱਲ ਨੂੰ ਜਿੰਦਾ ਰੱਖਿਆ। ਉਹਨਾਂ ਨੂੰ ਸਲਿਊਟ, ਉਹਨਾਂ ਦਾ ਧੰਨਵਾਦ। ਪਰੰਤੂ ਗੁਰੂ ਕੀਆਂ ਸਿੱਖਾਂ ਦਾ ਵੀ ਫਰਜ਼ ਬਣਦਾ ਕਿ ਜੇ ਗੁਰਸਿੱਖ ਨੇ ਉੱਥੇ ਉਹਨੂੰ ਜਿੰਦਾ ਰੱਖਿਆ, ਅਸੀਂ ਉਹਨਾਂ ਨੂੰ ਸਾਥ ਦਈਏ ਰਲ ਮਿਲ ਕੇ। ਕਿਉਂਕਿ ਜਿਹੜੇ ਉੱਥੇ ਤੁਸੀਂ ਕਹਿੰਦੇ ਆ ਪਿਛਲੇ ਦਿਨ ਇਕੱਠ ਹੋਇਆ, ਉਹਨਾਂ ਨੂੰ ਕੀ ਗੱਲ 328 ਸਰੂਪ ਭੁੱਲੇ ਹੋਏ ਸੀ? ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੀ ਨਹੀਂ ਕਰਨੀ, ਜੇ ਗੁਰੂ ਗ੍ਰੰਥ ਸਾਹਿਬ ਦੀ, ਚਲੋ ਆਪਾਂ ਕਹਿ ਲੈਂਦੇ ਵੀ ਸ਼੍ਰੋਮਣੀ ਕਮੇਟੀ ਦਾ ਹੀ ਇਕੱਠ ਸੀ, ਲਾ ਚਲੋ ਇਹ ਗੱਲ ਮੰਨ ਲੈਂਦੇ ਇੱਕ ਵਾਰੀ, ਅੱਖਾਂ ਜਿਹੀਆਂ ਮੀਚ ਕੇ ਮੰਨ ਲੈਂਦੇ ਆ ਵੀ ਹਾਂ, ਤੇ ਫਿਰ 328 ਸਰੂਪ। ਅਸਲ 'ਚ ਉਹਨਾਂ ਨੂੰ ਇੱਦਾਂ ਫਿਰ ਲੱਗਦਾ ਕਈਆਂ ਨੂੰ ਵੀ ਮਸਲਾ ਜਿਹੜਾ ਸੀਗਾ, ਮੁੱਦਾ ਸੀਗਾ ਮੇਨ ਬੰਦੀ ਸਿੰਘਾਂ ਦੀ ਰਿਹਾਈ ਦਾ। ਜੀ ਨਹੀਂ, ਬੰਦੀ ਸਿੰਘ ਹੋਏ ਕਿਹਦੇ ਕਰਕੇ ਆ? ਬੰਦੀ ਸਿੰਘ ਬਣੇ ਕਿਉਂ ਆ? ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਕੇ ਬਣਿਆ ਨਾ। ਉਹ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਨਾਂ ਸਹਾਰਦੇ ਹੋਏ, ਚਾਹੇ ਮੋੜ ਕੋਈ ਆਇਆ ਹੋਵੇ। 78 ਦੀ ਐਕਟੀਵਿਟੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਨਾ 78 'ਚ, ਤੇ 78 ਤੋਂ ਗੱਲ ਚੱਲੀ, ਤੇ 78 ਦੀ ਗੱਲ ਦਾ ਜਿਹੜਾ ਵਧੀਕੀ ਕਰਨ ਵਾਲਿਆਂ ਦਾ ਜਵਾਬ ਦਿੰਦਿਆਂ ਅੱਜ 2022 ਆ ਗਿਆ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਨਿਰੰਤਰ ਜਾਰੀ ਹੈ ਨਾ। ਇੱਕ ਗੱਲ ਤੇ ਗੁਰੂ ਗ੍ਰੰਥ ਸਾਹਿਬ ਦੀ ਹੈ ਨਾ, ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਆ। ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ, ਇੱਕ ਸਵਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਰਿਓ ਤੁਸੀਂ, ਕੀ ਤੁਹਾਨੂੰ ਲੱਗਦਾ ਕਿ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ, ਜਿਹੜੀ ਵੀ ਧਿਰ ਕਰਦੀ ਹੈ, ਭਾਵੇਂ ਜਿੰਨੀਆਂ ਵੀ ਧਿਰਾਂ ਮਿਲ ਜੁਲ ਕੇ ਕਰਦੀਆਂ ਨੇ, ਕੀ ਤੁਹਾਨੂੰ ਨਹੀਂ ਲੱਗਦਾ ਕਿ ਨਾਲ ਬਰਾਬਰ ਆਹ ਗੱਲ ਵੀ ਹੋਣੀ ਬੇਹੱਦ ਜ਼ਰੂਰੀ ਹੈ ਕਿ ਉਹ ਬੰਦੀ ਸਿੰਘ ਕਿਸ ਮਕਸਦ ਦੀ ਖਾਤਰ ਜੇਲ੍ਹ ਦੇ ਅੰਦਰ ਗਏ ਹੋਏ ਨੇ ਔਰ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਨੇ? ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਇਹ ਗੱਲ, ਇਸ ਗੱਲ ਦੀ ਚਰਚਾ ਨਾਲ ਹੋਣੀ ਚਾਹੀਦੀ ਹੈ ਜਾਂ ਨਹੀਂ। ਇਹ ਮੈਂ ਸਵਾਲ ਇਸ ਕਰਕੇ ਛੱਡਦਾ ਹੈਗਾ ਕਿਉਂਕਿ ਕਈ ਵਾਰ ਇੱਦਾਂ ਹੁੰਦਾ ਹੈਗਾ ਕਿ ਸਾਨੂੰ ਸਾਰੀਆਂ ਗੱਲਾਂ ਭੁੱਲ ਚੁੱਕੀਆਂ ਹੁੰਦੀਆਂ ਨੇ, ਬਹੁਤ ਸਾਰੇ ਲੋਕਾਂ ਨੂੰ ਭੁੱਲ ਚੁੱਕੀਆਂ ਹੁੰਦੀਆਂ ਨੇ, ਨਵੀਂ ਪੀੜ੍ਹੀ ਨੂੰ ਭੁੱਲ ਚੁੱਕਿਆ ਹੁੰਦਾ ਕਿ ਕਿਸ ਮਕਸਦ ਨੂੰ ਲੈ ਕੇ ਗਏ ਸੀਗੇ। ਸ਼ਾਇਦ ਇਹ ਲੱਗਦਾ ਕਿ ਪਤਾ ਨਹੀਂ ਕੁਰਾਹੇ ਪੈ ਗਏ ਸੀਗੇ, ਗੁੰਮਰਾਹ ਹੋ ਗਏ ਸੀਗੇ, ਇਸ ਕਰਕੇ ਜੇਲ੍ਹ 'ਚ ਬੰਦ ਹੋ। ਚਲੋ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ, ਪਰ ਉਹ ਮਕਸਦ ਜਿਹੜਾ ਹੈਗਾ ਆ ਉਹਦੀ ਗੱਲ ਨਾਲ ਬਰਾਬਰ ਹੋਣੀ ਜ਼ਰੂਰੀ ਹੈ ਜਾਂ ਨਹੀਂ? ਜ਼ਰੂਰ ਕਮੈਂਟ ਕਰਕੇ ਦੱਸਿਓ ਜੀ। ਭਾਈ ਖੋਸਾ ਜੀ, ਤੁਸੀਂ ਮੈਨੂੰ ਲੱਗਦਾ ਕਿ ਠੀਕ ਕਹਿ ਰਹੇ ਹੋ ਕਿ ਨਾਲ ਉਹ ਗੱਲ ਹੋਣੀ ਬੇਹੱਦ ਜ਼ਰੂਰੀ ਹੈ ਕਿ ਬੰਦੀ ਸਿੰਘ ਕਿਉਂ ਜੇਲ੍ਹ ਵਿੱਚ ਗਏ ਸੀਗੇ। 78 ਦੀ ਗੱਲ ਚੱਲੀ ਸੀਗੀ ਗੁਰੂ ਗ੍ਰੰਥ ਸਾਹਿਬ ਜੀ ਦੇ। ਅੱਛਾ, ਮੈਂ ਹੁਣ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੇ ਉਹਨਾਂ ਦੇ ਹੋਰ ਮੈਂਬਰ ਸਾਹਿਬਾਨ ਹੈਗੇ, ਇੱਕਾ ਦੁੱਕਾ ਨੂੰ ਛੱਡ ਕੇ ਜੇ ਉਹ ਗੱਲ ਨਹੀਂ ਕਰਦੇ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਨਹੀਂ ਹੁੰਦੀਆਂ, ਹੁਣ ਬੰਦੇ ਹੀ ਨਹੀਂ ਜੇ ਬਦਲਦੇ ਹੈਗੇ, ਤਾਂ ਫਿਰ ਉਹ ਗੱਲ ਕੌਣ ਕਰੂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਦਾ ਅਨਾਉਂਸ ਨਹੀਂ ਹੋ ਰਿਹਾ ਹੈਗਾ, ਉਹਦੇ ਬਾਰੇ ਕੀ ਸੋਚਦੇ ਹੋ? ਦੇਖੋ ਜੀ, ਜੇ ਪਹਿਲੀ ਗੱਲ ਤੇ ਇਲੈਕਸ਼ਨ ਵਾਲਾ ਜਿਹੜਾ ਪ੍ਰੋਗਰਾਮ ਆ ਸਿੱਖੀ 'ਚ ਨਹੀਂ ਹੈਗਾ ਜੀ। ਸਿੱਖੀ 'ਚ ਸਿਲੈਕਸ਼ਨ ਆ ਜੀ। ਬਾਬਾ ਬੁੱਢਾ ਜੀ ਦੀ ਇਲੈਕਸ਼ਨ ਨਹੀਂ ਹੋਈ ਜੀ। ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਦੀ ਇਲੈਕਸ਼ਨ ਨਹੀਂ ਹੋਈ ਜੀ। ਵਾਹਿਗੁਰੂ ਪਹਿਲਾਂ ਜਲਦੀ ਅੱਗੇ ਚਲੇ ਗਿਆ। ਆਪਣੇ ਭਾਈ ਲਹਿਣਾ ਜੀ, ਭਾਈ ਮੋਹਨ ਜੀ, ਮੋਰੀ ਜੀ, ਮਤਲਬ ਸਾਰੀ ਐਕਟੀਵਿਟੀ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਇਲੈਕਸ਼ਨ ਤਾਂ ਨਹੀਂ ਨਾ ਹੋਈ, ਸਿਲੈਕਸ਼ਨ ਹੋਈ ਆ। 10 ਪਹਿਲੇ ਗੁਰੂ ਸਾਹਿਬਾਂ ਤੋਂ ਲੈ ਕੇ 10ਵੇਂ ਗੁਰੂ ਸਾਹਿਬ ਤੱਕ ਜਿਹੜੀ ਆ ਉਹ ਇਲੈਕਸ਼ਨ ਨਹੀਂ ਹੋਈ, ਸਿਲੈਕਸ਼ਨ ਹੋਈ ਆ। ਫਿਰ 10ਵੇਂ ਗੁਰੂ ਪਾਤਸ਼ਾਹ ਨੇ ਵੀ ਸਿਲੈਕਸ਼ਨ ਹੀ ਨੂੰ ਪ੍ਰੈਫਰੈਂਸ ਦਿੱਤਾ, ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਦਿੱਤੇ ਆ। ਤੇ ਅੱਜ ਇਲੈਕਸ਼ਨ ਦੀ, ਵੈਸੇ ਇਲੈਕਸ਼ਨ ਵਾਲਾ ਜਿਹੜਾ ਢੋਲ ਆ ਉਹ ਕੋਈ ਬਹੁਤਾ ਚੰਗਾ ਨਹੀਂ, ਪਰੰਤੂ ਜੇ ਉਹ ਨਾ ਹੋ, ਜੇ ਉਹ ਇੱਕ ਪ੍ਰਕਿਰਿਆ ਇਹਨਾਂ ਨੇ ਅਪਣਾਤੀ, ਇੱਕ ਇਹਨਾਂ ਨੇ ਆਦਤ ਪਾਤੀ, ਉਸ ਰਾਹ ਚੱਲਣਾ ਪੈਣਾ ਵਾ। ਉਹਦੇ ਲਈ ਸਾਨੂੰ ਲਾਮਬੰਦ ਹੋਣਾ ਪੈਣਾ। ਪਰ ਜੇ ਇਲੈਕਸ਼ਨ ਨਹੀਂ ਹੁੰਦੀ, ਭਲਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਛੱਡ ਦਿਆਂਗੇ ਕਿ ਅਸੀਂ ਇਹਨਾਂ ਦੇ ਨਾਲ ਕੰਪਰੋਮਾਈਜ਼ ਕਰ ਲਾਂਗੇ? ਇਹ ਤਾਂ ਫਿਰ ਦੇਖੋ ਜੀ, ਸਿਰਾਂ ਦੇ ਉੱਤੇ ਬੰਨਣਾ ਪੈਣਾ ਕਫਨ ਤੇ ਤੁਰਨਾ ਪੈਣਾ ਜੀਂਦੇ ਰਹਿ ਕੇ। ਮੈਂ ਇਹ ਨਹੀਂ ਚਾਹੁੰਦਾ ਵੀ ਮੇਰੇ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਗੋਲੀਆਂ ਦੇ ਮੋਹਰੇ ਖੜੀ ਹੋਵੇ ਤੇ ਗੋਲੀਆਂ ਲੈ ਕੇ ਜ਼ਾਲਮ ਨੂੰ ਭੁੰਨ ਦੇਵੇ। ਅਸੀਂ ਇਸ ਜਾਬਤੇ ਵਿੱਚ ਰਹਿ ਕੇ ਹਿੰਦੁਸਤਾਨ ਦਾ ਜਿਹੜਾ ਅਸੀਂ ਰਹਿ ਰਹੇ ਹਾਂ, ਜਿੱਥੇ ਮਜਬੂਰੀ ਵਸ ਸਾਨੂੰ ਰਹਿਣਾ ਪੈ ਰਿਹਾ ਵਾ, ਕਿਉਂਕਿ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ। ਸਾਡੇ ਲੀਡਰਾਂ ਕੋਲੋਂ ਕੁਝ ਨਾ ਕੁਝ ਕਿਉਂਕਿ ਬਜ਼ੁਰਗ ਨੇ ਸਾਡੇ, ਅਸੀਂ ਉਹਨਾਂ ਨੂੰ ਵੀ ਨਿੰਦਦੇ ਚੰਗੇ ਨਹੀਂ ਲੱਗਦੇ, ਪਰ ਕਿਤੇ ਨਾ ਕਿਤੇ ਜੇ ਕੋਈ ਖਮੀਆਂ ਰਹਿ ਗਈਆਂ ਤੇ ਚਲੋ ਅਸੀਂ ਅੱਜ ਕੌਮ ਉਹਦਾ ਖਮਿਆਜਾ ਭੁਗਤ ਰਹੀ ਆ। ਪਰੰਤੂ ਇਹ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਛੱਡ ਦਿਆਂਗੇ। ਨੌਜਵਾਨੀ
ਸਿਰ ਜੋੜ ਕੇ ਬੈਠੇ। ਗੁਰੂ ਸਾਹਿਬ ਦਾ ਫਰਮਾਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਈ। ਸਫਾ ਵਿਛਾ ਕੇ ਬੈਠੀਏ। ਹੋ ਸਕਦੇ ਨੇ ਮਤਭੇਦ, ਮਨ ਭੇਦ ਨਾ ਹੋਣ, ਮਤਭੇਦ ਦੂਰ ਹੋ ਜਾਂਦੇ ਨੇ। ਤੇ ਆਪਾਂ ਲੜਾਈ ਲੜਨੀ ਹੈ, ਲੜਾਈ ਲੜਨੀ ਸੀ ਨਹੀਂ ਕਹਿਣਾ, ਹੈ ਆ, ਪ੍ਰੈਜ਼ੈਂਟ ਆ। ਤੁਸੀਂ ਕਿਹਾ ਸੀ ਪਹਿਲਾ ਸਵਾਲ ਵੀ ਜੇਲ੍ਹ 'ਚੋਂ ਆ ਕੇ ਕੀ ਕਰੋਗੇ। ਹੁਣ ਮੈਂ ਭਾਂਡੇ ਮਾਂਜਣ ਨਹੀਂ ਲੱਗਾਂਗਾ, ਨਾ ਮੈਂ ਪੱਠੇ ਹੀ ਵੱਢਾਂਗਾ, ਨਾ ਮੈਂ ਕੋਈ ਉਹ ਲੈ ਕੇ ਗੱਡੀ ਡਰਾਈਵਰੀ ਕਰਨ ਲੱਗਣਾ। ਹੁਣ ਤਾਂ ਮੇਰੇ ਅੰਦਰ, ਕਿਉਂਕਿ ਆਦਤ ਆ ਨਾ, ਮੈਨੂੰ ਆਦਤ ਬਣ ਗਈ ਹੋਈ ਆ। ਕੋਰਟ ਨੇ ਵੀ ਕਹਿਤਾ ਹੁਣ ਆਦਤ। ਮੈਨੂੰ ਤਾਂ ਓਰੀਜਨਲ ਸਰਟੀਫਿਕੇਟ ਮਿਲ ਗਿਆ ਵੀ ਹਿਬਸੁਲ ਆ। ਮੈਂ ਹਿਬਸੁਲ ਬਣਾਂਗਾ ਗੁਰੂ ਦਾ, ਗੁਰੂ ਲਈ ਮੈਂ ਆਦਤੀ। ਉਹਨਾਂ ਨੇ ਮੁਜਰਮ ਕਿਹਾ, ਮੈਂ ਮੁਜਰਮ ਸ਼ਬਦ ਕੱਟ ਕੇ ਸੇਵਾਦਾਰ ਕਰ ਦਿਆਂਗਾ ਉੱਥੇ। ਮੈਂ ਹਿਬਸੁਲ ਆ, ਮੈਂ ਆਦਤੀ ਮੁਜਰਮ ਹੈ ਸੇਵਾਦਾਰ ਬਣਾਂਗਾ ਗੁਰੂ ਘਰ ਦਾ। ਅਤੇ ਉਹ ਮੈਂ ਹਰ ਇੱਕ ਦੇ ਕਰ, ਮੈਂ ਤੁਹਾਡੇ ਤੋਂ ਹੀ ਸ਼ੁਰੂ ਕਰਦਾ, ਤੁਹਾਡੇ ਪੈਰ ਫੜੂੰਗਾ ਕਿ ਆਓ ਭਾਈ ਆਪਾਂ 328 ਸਰੂਪਾਂ ਦੀ ਗੱਲ ਪੁੱਛੀਏ। ਉਹ ਨੌਜਵਾਨ ਦੇ ਪੈਰ ਫੜਾਂਗਾ ਵੀ ਆਹ 328 ਸਰੂਪ ਦੀ ਗੱਲ ਪੁੱਛੀਏ। ਪਰੰਤੂ ਇਹਨਾਂ ਦੀ ਨੀਂਦ ਹਰਾਮ ਹੋਣ ਦਾ ਵੇਲਾ ਸੱਜਣ ਜੀ ਆਇਆ ਹੋਇਆ। ਹੁਣ ਵੈਲਟੀਨੇਟਰ ਦੇ ਉੱਤੇ ਹੈ, ਆਕਸੀਜਨ ਭਾਲਦੇ ਆ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ 'ਤੇ ਬਹਿ ਕੇ। ਪਰੰਤੂ ਇਹਨਾਂ ਲੋਕਾਂ ਇਹਨੂੰ ਇਹ ਨਹੀਂ ਪਤਾ ਵੀ ਇਹ ਤਖਤ ਉਹ ਹੈ ਜਿਹਨੇ ਚੰਦੂ ਦੇ ਨੱਕ ਵਿੱਚ ਨਕੇਲ ਪਾਈ ਸੀ। ਸੱਜਣੋ ਤਕੜੇ ਹੋ ਜਾਓ, ਖਾਲਸਾ ਪੰਥ ਇਕੱਠਾ ਹੋ ਰਿਹਾ, ਤੁਹਾਡੇ ਨੱਕ 'ਚ ਨਕੇਲ ਪੈਣੀ ਹੈ। ਹੁਣ ਤੁਹਾਨੂੰ ਆਕਸੀਜਨ ਨਾ ਭਾਲੋ, ਨਾ ਭਾਲੋ, ਨਾ ਭਾਲੋ। ਹਾਂ, ਲੰਮੇ ਪੈ ਕੇ ਆਓ, ਰਗੜੋ ਨੱਕ। ਦੱਸੋ 2015 'ਚ ਬਰਗਰਾੜੀ ਬੁਰਜ ਜਵਾਹਰ ਸਿੰਘ ਕੀ ਕੀਤਾ, ਕੀ ਕਰਵਾਇਆ, ਕਿਹਦੇ ਕੋਲ ਕਰਵਾਇਆ, ਅਤੇ ਕਿਹਦੇ ਇਸ਼ਾਰਿਆਂ 'ਤੇ ਸੰਗਤਾਂ 'ਤੇ ਗੋਲੀਆਂ ਚਲਾਈਆਂ। ਫੇ ਸੰਗਤ ਵਿਚਾਰ ਸਕਦੀ ਆ। ਮੂੰਹ ਨੰਗਾ ਕਰਕੇ ਆਓ, ਦਿਖਾਓ ਮੂੰਹ, ਕਿਉਂਕਿ ਤੁਸੀਂ ਪਖੰਡ ਤਾਂ ਬਹੁਤ ਕਰਿਆ ਹੋਇਆ। ਕਦੇ ਅਖੰਡ ਪਾਠ ਸਾਹਿਬ ਦੀ ਵਾਰੀ ਨਹੀਂ ਆਉਣ ਦਿੰਦੇ ਉੱਥੇ ਤੁਹਾਡਾ ਬਣਾਇਆ ਹੋਇਆ ਕਬਜ਼ਾ। ਜੇ ਗੁਰੂ ਕਾ ਸਿੱਖ ਉੱਥੇ ਅਖੰਡ ਪਾਠ ਸਾਹਿਬ 'ਤੇ ਬੈਠ ਗਿਆ, ਮੈਂ ਉੱਥੇ ਮੇਰੇ ਨਾਲ ਘਟਨਾ ਵਾਪਰੀ, ਮੈਂ ਤਾਂ ਪ੍ਰੇਮ 'ਚ ਹੀ ਬੈਠ ਗਿਆ। ਕਹਿੰਦੇ ਜੀ ਮਰਿਆਦਾ ਭੰਗ ਕਰਤੀ। ਉਹ ਸੱਜਣੋਂ 1988 ਦਾ ਅੰਮ੍ਰਿਤਧਾਰੀ ਆ, ਜਿੰਨੀ ਸਤਿਗੁਰ ਪਾਤਸ਼ਾਹ ਪੰਜ ਪਿਆਰਿਆਂ ਨੇ ਰਹਿਤ ਮਰਿਆਦਾ ਦੱਸੀ ਉਹਦੇ ਉੱਤੇ ਪੂਰਾ ਵਾਂ। ਮੈਨੂੰ ਕੀ ਹੋਇਆ ਸੀਗਾ? ਅਖੰਡ ਪਾਠ ਸਾਹਿਬ ਬਾਬਾ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰੇ ਅਖੰਡ ਪਾਠ ਸਾਹਿਬ ਚੱਲਦਾ। ਅੱਛਾ। ਅਤੇ ਹਰ ਇੱਕ ਗੁਰਸਿੱਖ ਨੂੰ ਹੱਕ ਆ ਵੀ ਉਹ ਜਾ ਕੇ ਜੇ ਪਾਠ ਕਰਨਾ ਕਰ ਸਕਦਾ। ਮੈਂ ਗਿਆ ਪ੍ਰੇਮ ਨਾਲ, ਪਾਠੀ ਸਿੰਘ ਨੇ ਪਾਠ ਛੱਡ ਦਿੱਤਾ, ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ। 10-15 ਮਿੰਟ ਪੜ੍ਹਨ ਤੋਂ ਬਾਅਦ ਉਹ ਆਏ, ਉਹ ਬੈਠ ਗਏ ਆਰਾਮ ਨਾਲ, ਉਹਨਾਂ ਨੇ ਪਾਠ ਸ਼ੁਰੂ ਕਰ ਦਿੱਤਾ। ਮੇਰੇ 'ਤੇ ਇੱਕ ਲੀਗਲ ਲੈਟਰ ਸ਼੍ਰੋਮਣੀ ਕਮੇਟੀ ਦਾ ਲਿਖਿਆ ਹੋਇਆ ਕਿ 295 ਦਾ ਵੀ ਇੱਥੇ ਪਰਚਾ ਦਰਜ, ਉਹਨੇ ਅਖੰਡ ਪਾਠ ਸਾਹਿਬ ਭੰਗ ਕੀਤਾ। ਅੱਛਾ। ਇਹ ਵੀ ਹੈ, ਹਜੇ ਅੱਗੇ ਬਹੁਤ ਕੁਛ ਹੈ। ਫਿਰ ਤੁਸੀਂ ਮੈਨੂੰ ਸ਼ਰਾਬੀ ਕਹਿੰਦੇ ਰਹੇ, ਸ਼ਰਾਬੀ ਛੋਟਾ ਸ਼ਬਦ, ਸਮੈਕੀਆ ਕਹਿੰਦੇ ਰਹੇ, ਮੈਨੂੰ ਨਸ਼ਈ ਕਹਿੰਦੇ ਰਹੇ। ਇੱਕ ਵਿਚਾਰਾ ਮੇਰਾ ਵੀਰ ਭੋਲਾ, ਉਹ ਕਹਿੰਦਾ ਜੀ ਟਰਾਮਾਡੋਲ ਦੀਆਂ ਗੋਲੀਆਂ ਖਾਂਦਾ, ਇਹਦੇ ਦਿਮਾਗ 'ਚ ਫਸੀਆਂ। ਇੱਦਾਂ ਬਹੁਤ ਤੁਸੀਂ ਕੁਝ ਕਰਦੇ ਹੋ। ਪਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇੱਦਾਂ ਨਹੀਂ, ਚੁਬਾਰੇ 'ਤੇ ਚੜ੍ਹ ਕੇ ਇੱਟਾਂ ਨਾ ਮਾਰੋ। ਜੇ ਹਿੰਮਤ ਹੈਗੀ ਮੇਰੇ ਕੋਲ ਸਾਹਮਣੇ ਆਓ, ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠਦੇ ਹਾਂ। ਕੇਸਰੀ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਆਪਣੇ ਮੀਰੀ ਪੀਰੀ ਦੇ, ਉੱਥੇ ਬੈਠ ਕੇ ਗੱਲ ਕਰਦੇ ਹਾਂ। ਜੇ ਹਿੰਮਤ ਹੈ ਤਾਂ ਲਿਆਓ। ਡੋਪ ਟੈਸਟ ਕਰਾਉਣ ਦੀ ਤੁਹਾਡੇ 'ਚ ਹਿੰਮਤ ਨਹੀਂ ਹੈ ਸੀ ਉਦੋਂ ਵੀ, ਤੁਸੀਂ ਇਹਦਾ ਵੀ ਤੁਹਾਨੂੰ ਮਹਾਰਾਜ ਕਿਰਪਾ ਕਰੂਗਾ, ਸਾਰਾ ਹਿਸਾਬ ਕਿਤਾਬ ਮਿਲੂਗਾ ਪ੍ਰੋਸੈਸ 'ਚ। ਪਰ ਇਹ ਨਾ ਸੋਚੋ ਵੀ ਸੁਖਜੀਤ ਸਿੰਘ ਸੁਪੁੱਤਰ ਸਰਦਾਰ ਸਵਰਨ ਸਿੰਘ ਡਰ ਗਿਆ, ਘਰੇ ਵੜ ਜਾਏਗਾ। ਨਾ ਡਰੇ ਸੀ, ਨਾ ਡਰਾਵਾਂਗੇ। ਪਰੰਤੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਿਆਂ ਨੂੰ ਬਚਾਉਣ ਵਾਲਿਆਂ ਦਾ ਜਿਹੜਾ ਹੈਗਾ ਮੁਖੌਟਾ ਉਤਾਰਾਂਗੇ, ਮੁਖੌਟਾ। ਤੁਸੀਂ ਪਖੰਡ ਦਾ ਸਹਾਰਾ ਲੈਣਾ ਛੱਡ ਦਿਓ, ਝੂਠ ਦਾ ਸਹਾਰਾ ਲੈਣਾ ਛੱਡ। ਪਿਆਦੇ ਆ, ਮੈਂ ਸਮਝ ਲਵੇ ਸੰਗਤ, ਮੈਂ ਪਿਆਦੇ ਸ਼ਬਦ ਕਿਹਨੂੰ ਵਰਤਦੇ ਹਾਂ। ਉਹ ਅੱਜ ਜ਼ੋਰ ਲਾ ਰਹੇ ਆ ਵੀ ਸੰਗਤ ਜੀ ਪੰਥ ਇਕੱਠਾ ਹੋਵੇ। ਸੜ ਜਾ ਤੁਹਾਡੀ ਜਵਾਨ। 328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਰਿਪੋਰਟਾਂ ਬਣੀਆਂ, ਸਭ ਕੁਝ ਹੋਇਆ, ਤਖਤ ਸਾਹਿਬ ਤੋਂ ਹੋਇਆ। ਅਤੇ ਤੁਹਾਡੇ ਮਹਾਰਾਜ ਕਹਿੰਦੇ ਬੋਲ ਸੋ ਧਰਮੀ ਅੜਿਆ, ਮੌਨ ਕਤ ਧਾਰੀ। ਕਿਉਂ ਤੁਸੀਂ ਚੁੱਪ ਕਰਕੇ ਘੁੰਗਣੀਆਂ ਪਾ ਕੇ ਬੈਠੇ ਹੋਏ ਆ? 328 ਸਰੂਪ ਦੀ ਗੱਲ ਕਿਉਂ ਨਹੀਂ ਕਰਦੇ? ਕਿਹੜੇ ਬੰਦੇ ਨੇ, ਕਿੱਥੇ ਨੇ? ਸੋ ਇਸ ਕਰਕੇ ਬਹੁਤ ਕੁਝ ਕਹਿਣ ਨੂੰ ਹੈ, ਬੜਾ ਕੁਝ ਕਹਿਣ ਨੂੰ ਹੈ। ਪਰ ਮੈਨੂੰ ਹਜੇ ਇਹ ਵੀ ਕਹਿ ਰਿਹਾ ਜਾ ਵੀ ਤੂੰ ਜ਼ਮਾਨਤ 'ਤੇ ਆ, ਥੋੜ੍ਹਾ ਘੱਟ ਬੋਲ, ਮੀਡੀਆ ਇੱਦਾਂ ਸਰਕਾਰਾਂ। ਪਰ ਦੇਖੋ ਜੀ, ਹੁਣ ਸਿਰ ਤੋਂ ਤੇ ਪਾਣੀ ਲੰਘ ਗਿਆ। ਹੁਣ ਕੀ ਕਰੀਏ? ਹੁਣ ਕਿੱਥੇ ਜਾ ਕੇ ਅੰਦਰ ਵੜ ਜਾਵਾਂਗੇ?
ਜੇ ਬੋਲਣ 'ਤੇ ਵੀ ਪਾਬੰਦੀ ਲਾਓਗੇ, ਮੱਥਾ ਟੇਕਣ 'ਤੇ ਵੀ ਪਾਬੰਦੀਆਂ ਲਾਓਗੇ, ਜਿੰਨੀਆਂ ਪਾਬੰਦੀਆਂ ਲਾਓਗੇ ਓਨਾ ਹੀ ਜ਼ਿਆਦਾ ਇਹ ਅੱਗੇ ਨੂੰ ਵਧਣ ਵਾਲੀ ਗੱਲ ਹੈਗੀ ਆ, ਘਟਣ ਵਾਲੀ ਗੱਲ ਨਹੀਂ ਹੈਗੀ। ਫਿਰ ਨੌਜਵਾਨੀ ਨੂੰ ਹੱਥ ਜੋੜ ਕੇ ਬੇਨਤੀ ਹੈ, ਹੋ ਸਕਦੇ ਨੇ ਮੇਰੇ 'ਚ ਬਹੁਤ ਔਗਣ ਜੀ, ਪਰ ਜਿਹੜੇ ਬਾਦਲ ਕੋੜਮੇ ਨੇ ਲਾਏ ਉਹਨਾਂ 'ਚੋਂ ਇੱਕ ਵੀ ਨਹੀਂ ਹੈ। ਸਮੈਕ ਮੈਨੂੰ ਪਤਾ ਨਹੀਂ ਹੈ, ਗੋਲੀਆਂ ਕਿਹੜੀਆਂ ਹੁੰਦੀਆਂ ਮੈਨੂੰ ਪਤਾ ਨਹੀਂ ਹੈ, ਸ਼ਰਾਬ ਕਿੱਦਾਂ ਦੀ ਹੁੰਦੀ ਹੈ, ਗੁਰੂ ਕਾ ਸਿੱਖ ਹਾਂ, ਮੈਨੂੰ ਸਵਾਦ ਦਾ ਨਹੀਂ ਪਤਾ। ਮੈਨੂੰ ਇੰਨਾ ਪਤਾ ਵੀ ਮੂੰਹ ਮਿੰਗਾ ਜਿਹਾ ਕਰਦੇ ਪੀਣ ਵਾਲੇ ਹੋ ਸਕਦਾ ਸ਼ਾਇਦ ਕੌੜੀ ਹੋਵੇ। ਮੈਂ ਆਪਣੇ ਘਰ 'ਚ ਕਦੇ ਆਂਡਾ ਬਣਦਾ ਨਹੀਂ ਦੇਖਿਆ ਹਜੇ ਤੱਕ, ਅਤੇ 28 ਸਾਲ ਹੋ ਗਏ ਸੁਣਨ ਵਾਲੇ, 29ਵਾਂ ਸਾਲ ਚੱਲ ਪਿਆ, ਮੈਂ ਚਾਹ ਨਹੀਂ ਪੀਤੀ। ਤੁਸੀਂ ਕਿੱਦਾਂ ਕਹਿੰਦੇ ਹੋ ਸ਼ਰਾਬ ਪੀਂਦਾ ਬਈ? ਹਾਂ, ਤੁਹਾਨੂੰ ਲੱਗਦਾ, ਤੁਹਾਨੂੰ ਸ਼ੱਕ ਪੈਂਦੀ ਹੈ ਕਿ ਤੁਸੀਂ ਕਰਦੇ ਹੋ ਇਹ ਕੰਮ, ਜੋ ਬ੍ਰਹਮੰਡੇ ਸੋਈ ਪਿੰਡੇ, ਉਹ ਜੋ ਤੁਹਾਡੇ ਅੰਦਰ ਆ ਉਹ ਬਾਹਰ ਨਿਕਲਦਾ। ਇਸ ਕਰਕੇ ਸੰਗਤ ਜੀ ਇਹਨਾਂ ਦੀਆਂ ਛਲਾਵਿਆਂ ਵਿੱਚ ਨਾ ਆਓ, ਇਹਨਾਂ ਦੀਆਂ ਗੱਲਾਂ ਵਿੱਚ ਨਾ ਆਓ। ਇਹ ਜਿਹੜੀਆਂ ਹੁਣ ਚਾਲਾਂ ਚੱਲ ਰਹੇ ਨੇ ਸ਼ਤਰੰਜ ਦੀਆਂ, ਇਹਨੂੰ ਪਛਾਣ ਲਓ, ਪਛਾਣ ਲਓ। ਵਾਸਤਾ ਰੱਬ ਦਾ, ਵਾਸਤਾ ਗੁਰੂ ਗ੍ਰੰਥ ਸਾਹਿਬ ਦਾ, ਵਾਸਤਾ ਖਿਲਰੇ ਹੋਏ ਅੰਗਾਂ ਦਾ, ਵਾਸਤਾ ਕ੍ਰਿਸ਼ਨ ਭਗਵਾਨ ਸਿੰਘ ਦਾ, ਗੁਰਜੀਤ ਸਿੰਘ ਦਾ, ਵਾਸਤਾ ਤੁਹਾਨੂੰ ਜਸਪਾਲ ਸਿੰਘ ਦਾ, ਵਾਸਤਾ ਤੁਹਾਨੂੰ ਭਾਈ ਲੋਹਾਰਾ ਜੀ ਦਾ, ਵਾਸਤਾ ਤੁਹਾਨੂੰ ਡੱਬਵਾਲੀ ਵਾਲੇ ਸਿੰਘ ਜਿਹੜੇ ਸ਼ਹੀਦ ਹੋਏ ਆ, ਮੈਨੂੰ ਨਾਂ ਵਿਸਰ ਗਿਆ, ਵਾਸਤਾ ਸਾਰਿਆਂ ਦਾ, ਵਾਸਤਾ ਤੁਹਾਨੂੰ ਜੁਗਰਾਜ ਸਿੰਘ ਤੂਫਾਨ ਦਾ, ਵਾਸਤਾ ਤੁਹਾਨੂੰ ਬੁੱਧ ਸਿੰਘ ਵਾਲੇ ਦਾ। ਕਿਹਦਾ ਵਾਸਤਾ ਦੇਵਾਂ? ਜੇ ਤੁਹਾਡੇ ਅੰਦਰ ਥੋੜ੍ਹੀ ਜਿਹੀ ਵੀ ਜ਼ਮੀਰ ਜਿੰਦੀ ਹੈ, ਇਸ ਪਰਿਵਾਰ ਨੂੰ ਮੂੰਹ ਨਾ ਲਾਇਓ ਜੀ। ਇੱਕ ਖੋਸਾ ਜੀ ਆਖਰੀ ਸਵਾਲ, ਸੰਗਤ ਵਾਸਤੇ ਵੀ ਸਵਾਲ ਹੈ, ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਨੇ, ਭਾਈ ਸਾਹਿਬ ਜੀ ਤੁਹਾਡੇ ਵਾਸਤੇ ਵੀ ਸਵਾਲ ਇਹ ਹੈ, ਜਿੱਦਾਂ ਸਾਰੀ ਕੌਮ ਤਕਰੀਬਨ ਨਾ ਜਿਹੜੇ ਪੰਥ ਦਰਦੀ ਹੈਗੇ ਆ ਉਹ ਇਹ ਗੱਲ ਮੰਨਦੇ ਆ ਤੇ ਕਹਿੰਦੇ ਵੀ ਹੈਗੇ ਕਿ ਬਾਦਲ ਕੇ ਦੋਸ਼ੀ, ਬਾਦਲ ਕੇ ਦੋਸ਼ੀ। ਪਰ ਸਵਾਲ ਇਹ ਆ, ਜੇ ਬਾਦਲ ਕੇ ਦੋਸ਼ੀ ਆ ਤਾਂ ਬਾਦਲਕਿਆਂ ਦੇ ਨਾਲ ਇਕੱਠੇ ਹੋ ਕੇ ਤਾਂ ਸਾਰੇ ਬਹਿ ਜਾਂਦੇ ਆ, ਪਰ ਬਾਦਲਕਿਆਂ ਦੇ ਖਿਲਾਫ ਸਾਰੇ ਜਣੇ ਇਕੱਠੇ ਹੋਣ ਨੂੰ ਕਿਉਂ ਤਿਆਰ ਨਹੀਂ ਹੁੰਦੇ? ਤੁਸੀਂ ਵੀ ਜਵਾਬ ਜ਼ਰੂਰ ਦਿਓ ਜੀ। ਭਾਈ ਸਾਹਿਬ ਜੀ ਤੁਹਾਡੇ ਵਾਸਤੇ ਵੀ ਇਹੀ ਸਵਾਲ, ਆਖਰੀ ਸਵਾਲ। ਸੌਖਾ ਹੀ ਹੈ, ਲੰਬਾ ਨਹੀਂ। ਜਿਸकी ਲਾਠੀ ਉਸकी ਬੈਂਸ ਜੀ। ਪਰ ਲਾਠੀ ਹੁਣ ਉਹਨਾਂ ਦੀ ਰਹੀ ਨਹੀਂ ਬਾਦਲਕਿਆਂ ਦੀ, ਬਾਵਜੂਦ 3 ਸੀਟਾਂ ਤੇ ਸਿਮਟ ਕੇ ਰਹਿ ਗਏ ਜੀ। ਉਹ 3 ਸੀਟਾਂ ਵਾਲੀ ਗੱਲ ਨਹੀਂ ਨਾ। ਮਹਾਰਾਜ ਨੇ ਕਿਹਾ ਸੀ ਵੀ ਆ ਕਰਾਮਾਤ ਆ, ਮਾਇਆ, ਉਹਨਾਂ ਕੋਲ ਮਾਇਆ ਰੁਪਈਆ ਕਰਾਮਾਤ ਹੈ। ਰੁਪਈਏ ਨਾਲ ਵੱਡੇ ਵੱਡੇ ਅਮਾਨ ਖਰੀਦੇ ਜਾਂਦੇ ਨੇ, ਵੱਡੇ ਵੱਡੇ ਜੱਜਾਂ ਦੇ ਫੈਸਲੇ ਬਦਲ ਜਾਂਦੇ ਨੇ, ਵੱਡੇ ਵੱਡੀਆਂ ਸਰਕਾਰਾਂ ਝੁਕ ਜਾਂਦੀਆਂ ਨੇ। ਉਹ ਆਪਦਾ ਬਲ ਵਰਤ ਰਹੇ ਨੇ ਉਹ ਭਾਈ। ਪਰ ਇੱਥੇ ਤਾਂ ਹੈਰਾਨਗੀ ਆ ਵੀ ਜਿਨ੍ਹਾਂ ਦੀਆਂ ਦਸਤਾਰਾਂ ਉਤਾਰੀਆਂ, ਸ਼ਰੇਆਮ ਉਤਾਰੀਆਂ, ਉਹ ਵੀ ਲੋਕ ਉੱਥੇ ਬੈਠੇ ਹੋਏ ਨੇ, ਉਹਨਾਂ ਦੇ ਨਾਂ ਵੀ ਖਿਚਵਾ ਦਿੱਤੇ। ਕਿਹਨੇ ਖਿਚਵਾਏ? ਇਹਨਾਂ ਲੋਕਾਂ ਨੇ। ਮੈਨੂੰ ਹੈਰਾਨਗੀ ਹੈ ਵੀ ਏਡੇ ਏਡੇ ਯੋਧੇ ਕੌਮ ਦੇ, ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਸਿੱਖੀ ਵੱਲ ਨੂੰ ਤੁਰੇ ਹਾਂ, ਅੱਜ ਉਹ ਉਸ ਪਰਿਵਾਰ ਨਾਲ ਗੋਡਾ ਜੋੜ ਕੇ ਬੈਠੇ। ਕੀ ਗੱਲ ਸਾਡੇ 'ਚ ਹਿੰਮਤ ਮੁੱਕ ਗਈ? ਅਸੀਂ ਸੈਂਟਰ ਗੌਰਮੈਂਟ ਦੀ ਬਾਂਹ ਨਹੀਂ ਮਰੋੜ ਸਕਦੇ, ਅਸੀਂ ਪੰਜਾਬ ਗੌਰਮੈਂਟ ਦੀ ਬਾਂਹ ਮਰੋੜਨ ਦੀ ਸਮਰੱਥਾ ਨਹੀਂ ਰੱਖਦੇ। ਬਾਦਲਕਿਆਂ ਨੂੰ ਲਿਆਉਣਾ ਜ਼ਰੂਰੀ ਹੈ, ਇਹ ਦੱਸਣ ਉਹਨਾਂ ਨੂੰ ਲਿਆਉਣਾ ਜ਼ਰੂਰੀ ਆ ਜਾਂ ਉਹਨਾਂ ਦੀ ਕੋਈ ਮਜਬੂਰੀ ਹੈ ਜੀ। ਭਾਈ ਸਾਹਿਬ ਜੀ ਨੇ ਜਵਾਬ ਦਿੱਤਾ। ਦਰਸ਼ਕੋ ਤੁਸੀਂ ਵੀ ਜ਼ਰੂਰ ਜਵਾਬ ਦਿਓ। ਭਾਈ ਸਾਹਿਬ ਜੀ ਅਖੀਰ ਦੇ ਵਿੱਚ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੋਇਆ ਬਿਨਾਂ, ਵਧੀਆ ਗੁਰਸਿੱਖਾਂ ਦੇ ਕਾਬਜ ਹੋਇਆ ਬਿਨਾਂ, ਕੀ ਲੱਗਦਾ ਤੁਹਾਨੂੰ ਕਿ ਉੱਦਾਂ ਵੀ ਮਸਲਾ ਹੱਲ ਹੋ ਸਕਦਾ ਹੈ ਜੇ ਖਾਲਸਾ ਪੰਥ ਇਕਜੁੱਟ ਹੋ ਜਾਵੇ? ਭਾਵੇਂ ਉੱਥੇ ਕਾਬਜ ਕੋਈ ਵੀ ਰਵੇ, ਪਰ ਜੇ ਤੁਸੀਂ ਇਕਜੁੱਟ ਹੋਵੋ ਤਾਂ ਉਹ ਤੁਹਾਡੇ ਵੱਲ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਤੁਹਾਡੀ ਯੂਨਿਟੀ ਵੱਲ ਵੇਖਣ ਵੀ ਇਹਨਾਂ ਨੇ ਸਾਨੂੰ ਆਹ ਕੰਮ ਕਰਨ ਦੇਣਾ ਕਿ ਨਹੀਂ ਕਰਨ ਦੇਣਾ। ਕੰਧ 'ਤੇ ਲਿਖਿਆ ਸੱਚ ਆ ਜੀ। ਹੁਕਮਨਾਮੇ 2001 'ਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਸੀ ਵੀ ਮੜੀਆਂ ਕਬਰਾਂ 'ਤੇ ਪਾਠ ਨਹੀਂ ਕਰਨੇ, ਪਖੰਡੀਆਂ ਦੇ ਪਾਠ ਨਹੀਂ ਕਰਨੇ, ਪਰੰਤੂ ਕਿਸੇ ਨੇ ਗੌਰ ਨਹੀਂ ਕੀਤੀ। ਆਹ ਸਤਿਕਾਰ ਕਮੇਟੀਆਂ ਹੋਂਦ ਆਈਆਂ ਤੇ ਅੱਜ ਹਾਲਾਤ ਬਦਲੇ ਆ ਨਾ। ਇਹਨਾਂ ਨੂੰ ਡਰ ਆ ਨਾ, ਇਹਨਾਂ ਨੂੰ ਭੈ ਆ। ਸਿਲੈਕਸ਼ਨ ਕਰੋ, ਗੁਰਸਿੱਖ ਅੱਗੇ ਆਓ, ਤਕੜੇ ਹੋਈਏ। ਇਹਨਾਂ ਨੂੰ ਆਪਣੇ ਆਪ ਹੀ ਅੱਜ ਇਹਨਾਂ ਦੇ ਮੈਂਬਰਾਂ ਦੇ ਕਿਰਦਾਰ ਕੀ ਆ ਉਹ ਲੋਕਾਂ ਸਾਹਮਣੇ ਜੱਗ ਜ਼ਾਹਰ ਕਰੀਏ। ਮੈਨੇਜਰਾਂ ਦੇ ਕਿਰਦਾਰ ਕੀ ਆ, ਸਕੱਤਰਾਂ ਦੇ ਕਿਰਦਾਰ ਕੀ ਆ, ਕੀ ਕੁਝ ਕਰ ਰਹੇ ਨੇ, ਉਹ ਸਾਰਾ ਕੁਝ ਜੱਗ ਜ਼ਾਹਰ ਕਰੀਏ। ਸੋਸ਼ਲ ਮੀਡੀਆ 'ਤੇ ਇੱਕ ਦੂਏ ਨੂੰ ਗਾਲਾਂ ਕੱਢਣੀਆਂ ਬੰਦ ਕਰੀਏ। ਪਰੰਤੂ ਜਿਹੜੇ ਲੋਕ ਮਸੰਦ ਬਿਰਤੀ ਵਾਲੇ ਲੋਕ ਗੁਰੂ ਘਰਾਂ 'ਚ ਵੜੇ ਹੋਏ ਆ, ਉਹਨਾਂ ਦੀ ਜਾ ਕੇ ਉਹ ਆਪਣੀ ਕੀ ਕਹਿੰਦੇ ਆ, ਸਟਿੰਗ ਆਪਰੇਸ਼ਨ ਕਰੋ, ਲਿਆਓ ਇਹਨਾਂ ਦੀਆਂ ਬੁਰਾਈਆਂ ਸਾਹਮਣੇ। ਆ ਕੀ ਹੋਇਆ, ਮੈਂ ਪੜ੍ਹਿਆ ਸੀ, ਸ਼ਰਮ ਨਾਲ ਉਸੇ ਸਿਰ ਝੁਕਦਾ ਸੀਗਾ ਆਪਣਾ ਜੈਤੋਂ ਖੂਹ ਵਿੱਚ, ਇਤਿਹਾਸਕ ਖੂਹ ਵਿੱਚ ਕੀ ਕੁਝ ਨਿਕਲਿਆ, ਕੀ ਕੁਝ ਹੋਇਆ। ਉੱਥੇ ਬੀਬੀਆਂ ਵਿਚਾਰੀਆਂ ਨੇ ਮੋਰਚਾ ਲਾਇਆ, ਸਾਡੇ ਭਾਈ ਮਗਰੋਂ ਗਏ, ਚਲੋ ਹਲਵਾ ਮੰਡਾ ਉਹ ਕਰਨ। ਪਰੰਤੂ ਆਹਾਂ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਛੱਡ ਕੇ ਵਾਹਿਗੁਰੂ ਵੀ ਧੜਾਵਾਦ ਦੀ ਸੋਚ ਛੱਡ ਕੇ
ਅਕਸਰ ਮੈਂ ਬੇਨਤੀ ਕਰੀ ਆ ਤੁਹਾਡੇ ਸਾਈਂ ਵੀ ਅਸੀਂ ਕਹਿੰਦੇ ਇਕੱਠੇ ਹੋ ਜਾਓ, ਇਕੱਠੇ ਹੋ ਜਾਓ। ਭੁਪਿੰਦਰ ਸਿੰਘ ਕੋ ਜਿਹੜਾ ਝੰਡਾ ਉਹ ਕਹਿੰਦਾ ਉਹਦੇ ਥੱਲੇ ਇਕੱਠੇ ਹੋ ਜਾਓ, ਜਿਹੜਾ ਖੋਸੇ ਕੋ ਝੰਡਾ ਫੜਿਆ ਕਹਿੰਦਾ ਉਹਦੇ ਥੱਲੇ ਇਕੱਠੇ ਹੋ ਜਾਓ। ਨਹੀਂ ਨਹੀਂ, ਝੰਡਿਆਂ ਥੱਲੇ ਨਹੀਂ ਇਕੱਠੇ ਹੋਣਾ, ਸ੍ਰੀ ਅਕਾਲ ਤਖਤ ਸਾਹਿਬ ਦੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ। ਉਹਦੀ ਸਿਧਾਂਤ, ਉਹਦਾ ਮਰਜ਼ਾਦਾ, ਉਹਦਾ ਜੋ ਰੂਲ ਐਂਡ ਰੈਗੂਲੇਸ਼ਨ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਜੋ ਸਾਨੂੰ ਕਹਿੰਦੇ ਆ ਉਹ ਅਸੀਂ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ, ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਆਣੇ ਨਹੀਂ ਸੀਗੇ, ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਤੇ ਉਹਦਾ ਕੋਈ ਮਕਸਦ ਆ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਥੱਲੇ ਇਕੱਠੇ ਹੋਈਏ। ਤੇ ਜਿਹੜੇ ਗਲਤ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਨੂੰ ਵਰਤ ਕੇ ਹੁਕਮਨਾਮੇ ਜਾਰੀ ਕਰਦੇ ਹੋ ਤੇ ਪਹਿਰੇ ਨਹੀਂ ਦਿੰਦੇ, ਬਾਗੀ ਹੁੰਦੇ, ਭਗੌੜੇ ਹੁੰਦੇ ਆ, ਉਹਨਾਂ ਨੂੰ ਬਾਂਹ ਫੜ ਕੇ ਉਹਨਾਂ ਨੂੰ ਕਹੇ ਭਾਜੀ ਜਾਓ ਆਪਣੇ ਘਰ ਜਾਓ, ਬਾਂਹ ਫੜ ਲਿਆ, ਲੱਤੋਂ ਫੜ ਲਿਆ, ਜਿੱਥੋਂ ਵੀ ਫੜੇ ਜਾਂਦੇ ਆ। ਜੇ ਅਸੀਂ ਜਿੰਨੇ ਕੁ ਤਕੜੇ ਹੋ ਜਾਾਂਗੇ ਫਿਰ ਉਨੇ ਕੁ ਉਸ ਕੰਗ ਤੋਂ ਫੜ ਕੇ ਇਹਨਾਂ ਨੂੰ ਬਾਹਰ ਕੱਢੀਏ। ਇਹ ਰਹਿਣ ਦੇ ਲਾਇਕ ਨਹੀਂ ਹੈਗੇ। ਪਾਕ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ, ਪਾਕ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ, ਪਰ ਅੱਜ ਹੱਥ ਕਿਹਨਾਂ ਦੇ? ਉਹਨੂੰ ਇਹਨਾਂ ਨੇ ਆਪਦਾ ਇੱਕ ਕੁਕਰਮ ਕਰਨ ਨੂੰ, ਜਿਹੜੇ ਇਹਨਾਂ ਦੇ ਕੁਕਰਮ ਆ ਨਾ, ਉਹਨਾਂ ਨੂੰ ਟੇਢੇ ਤਰੀਕੇ ਨਾਲ ਲੁਕਣ ਦੇ ਸਥਾਨ ਬਣਾ ਲਿਆ ਉੱਥੇ, ਵੀ ਸਾਡੇ ਕੁਕਰਮ ਲੁਕ ਜਾਂਦੇ ਇੱਥੇ ਆਣ ਕੇ। ਨਾ ਜੀ, ਤੁਹਾਡੇ ਅੰਦਰ ਲਫ਼ਜ਼ ਇੱਕ ਚੱਲਦਾ ਪਿਆ ਸੀਗਾ, ਤੁਸੀਂ ਗੁਰੇਜ਼ ਕਰ ਗਏ ਅੱਡਾ ਲਫ਼ਜ਼, ਪਰ ਹੈ ਨਾ ਸ਼ਾਇਦ ਤੁਹਾਡੇ ਦਿਮਾਗ 'ਚ ਘੁੰਮਦਾ ਸੀਗਾ ਅਕਾਲ ਤਖਤ ਸਾਹਿਬ ਨੂੰ ਇਹਨਾਂ ਨੇ ਉੱਦਾਂ ਦਾ ਅੱਡਾ ਬਣਾ ਲਿਆ। ਦੁਖੀ ਮਨ 'ਚੋਂ ਗੱਲ ਨਿਕਲਦੀ ਤੁਸੀਂ ਰੋਕ ਲਈ। ਕੀ ਕੀਤਾ ਜਾਵੇ? ਅਕਾਲ ਤਖਤ ਅਕਾਲ, ਉਹਨੂੰ ਹੁਣ ਅੱਡਾ ਲਫ਼ਜ਼ ਕਿੱਦਾਂ ਬੋਲਿਆ ਜਾਵੇ, ਪਰ ਕੀਤਾ ਵੀ ਕੀ ਜਾਵੇ? ਦੇਖੋ ਜੀ, ਉਹ ਕਹਿਣ ਤੇ ਨਹੀਂ ਆ ਸਕਦਾ, ਪਰ ਜੇ ਚੱਲ ਗਿਆ ਅੰਦਰ ਤੇ ਚੱਲਿਆ, ਤੁਸੀਂ ਸਮਝਿਆ। ਕੁਝ ਗਲਤ ਬੰਦਿਆਂ ਨੇ ਉਹਨੂੰ ਅੱਡਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਅੱਡਾ ਨਹੀਂ ਬਣਨ ਦਿਆਂਗੇ। ਪੰਥ ਦੀ ਵਿਰਾਸਤ, ਪੰਥ ਦੀ ਸਭ ਤੋਂ ਵੱਡੀ ਸੰਸਥਾ, ਸਾਨੂੰ ਤੇ ਝੂਠੀਆਂ ਅਦਾਲਤਾਂ ਦੀ ਲੋੜ ਹੀ ਨਹੀਂ ਹੈਗੀ। ਸਾਡੀ ਅਦਾਲਤ ਸੀ ਅਕਾਲ ਤਖਤ ਸਾਹਿਬ ਸੀ, ਪਰੰਤੂ ਉੱਥੇ ਜਿਹੜਾ ਜਸਟਿਸ ਨਹੀਂ ਹੁੰਦਾ, ਉੱਥੇ ਧੜੇ ਦੀ ਪਾਲਣਾ ਹੋ ਰਹੀ ਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ 'ਚ ਬੇਨਤੀ ਆ, ਜਿੱਦਾਂ ਤੁਸੀਂ ਕਿਰਪਾ ਕੀਤੀ ਸੀ ਚੰਦੂ ਤੇ, ਉਹਦੇ ਤੇ ਮਿਹਰ ਭਰਿਆ ਹੱਥ ਮੈਂ ਕਹੂੰ ਵੀ ਤੁਸੀਂ ਰੱਖਿਆ, ਵੀ ਉਹਦੇ ਨੱਕ ਪਾਈ ਨਕੇਲ, ਉਹਦੇ ਖੰਡੇ ਪਾਪ, ਉਹਨੂੰ ਕੀਤਾ ਖਾਲਸਾ ਪੰਥ ਦੇ ਹਵਾਲੇ, ਉਹਨੂੰ ਦਿੱਤੀਆਂ ਸਜ਼ਾਵਾਂ। ਅੱਜ ਖਾਲਸਾ ਪੰਥ ਨੂੰ ਬਲ ਦਿਓ। ਜਿਨ੍ਹਾਂ ਲੋਕਾਂ ਨੇ ਤੁਹਾਡੇ ਤਖਤ ਦੀ ਬੇਹਰੁਮਤੀ ਕਰਨ ਦੀ ਕੋਸ਼ਿਸ਼ ਕੀਤੀ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਵਧੀਕੀ ਕਰਨ ਦੀ ਕੋਸ਼ਿਸ਼ ਕੀਤੀ, ਵਧੀਕੀ ਕਰਨ ਵਾਲਿਆਂ ਦਾ ਸਾਥ ਦਿੱਤਾ, ਉਹਨਾਂ ਦੇ ਨੱਕ 'ਚ ਨਕੇਲ ਪਾਉਣ ਦੀ ਹਿੰਮਤ ਬਖਸ਼ੇ ਮਹਾਰਾਜ। ਨੌਜਵਾਨੀ ਤਕੜੀ ਹੋਵੇ, ਉਹ ਦਿਨ ਦੂਰ ਨਹੀਂ ਜਿੱਦਣ ਅਸੀਂ ਇਹਨਾਂ ਦਾ ਸਹੀ ਟਿਕਾਣਾ ਦਿਖਾ ਸਕਦੇ ਹਾਂ, ਕਿਉਂਕਿ ਇਹਨਾਂ ਦਾ ਟਿਕਾਣਾ ਹੈਗਾ ਆ ਜਿਹੜੀਆਂ ਇਹਨਾਂ ਨੇ ਮਾਡਰਨ ਜੇਲ੍ਹਾਂ ਬਣਾਈਆਂ, ਉਹ ਇਹਨਾਂ ਦਾ ਟਿਕਾਣਾ ਆ। ਇਹਨਾਂ ਦਾ ਟਿਕਾਣਾ ਲੁਕਣਗਾਹ ਨਾ ਬਣਾਉਣ, ਇਹ ਹੁਣ ਸਾਡੇ ਧਾਰਮਿਕ ਸਥਾਨਾਂ ਨੂੰ ਲੁਕਣਗਾਹ ਨਾ ਬਣਾਉਣ। ਹੁਣ ਬੰਦੀ ਸਿੰਘਾਂ ਦੇ ਛਾਏ ਥੱਲੇ ਲੁਕਣ ਦੀ ਗੱਲ ਨਾ ਕਰਨ। ਨਾ 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 ਨਾ, ਬੰਦੀ ਸਿੰਘਾਂ ਨੂੰ ਤੁਸੀਂ ਕਿਤੇ ਮਹਾਰਾਜ ਕਿਰਪਾ ਕਰੇ ਕੋਈ ਨਾ ਕੋਈ ਸਿੰਘ ਪਰੌਲ 'ਤੇ ਆ ਜਾਣਗੇ, ਉਹਨਾਂ ਨੂੰ ਪੁੱਛ ਲਿਓ ਵੀ ਤੁਹਾਨੂੰ ਸਜ਼ਾ ਦਾ ਪਾਤਰ ਬਣਾਇਆ ਕਿਹਨੇ ਆ, ਤੁਹਾਨੂੰ ਬੰਦੀ ਸਿੰਘ ਬਣਾਇਆ ਕਿਹਨੇ ਆ। ਉਦੋਂ ਤੇ ਜਦੋਂ ਇਹ ਰਾਜ ਸੱਤਾ ਦੇ ਵਿੱਚ ਰਹਿੰਦੇ ਆ, ਉਦੋਂ ਇਹ ਅੱਤਵਾਦੀ ਕਹਿੰਦੇ ਆ, ਹੁਣ ਇਹ ਬੰਦੀ ਸਿੰਘ ਕਹਿੰਦੇ ਆ। ਸਾਨੂੰ ਬੰਦੀ ਸਿੰਘ ਰਿਹਾ ਮੋਰਚੇ ਦੇ ਵਿੱਚ ਅਸੀਂ ਡਾਂਗਾਂ ਖਾਧੀਆਂ, ਉਹ ਸੂਰਤ ਸਿੰਘ ਪਿਆ ਉੱਥੇ, ਅੱਜ ਵੀ DMC ਪਿਆ, ਅਸੀਂ ਉੱਥੇ ਡਾਂਗਾਂ ਖਾਂਦੇ ਸੀ। ਦਲਜੀਤ ਸਿੰਘ ਚੀਮਾ, ਮੈਂ ਬਾਈ ਨੇਮ ਕਹਿਣਾ, ਉਦਣ ਜਾਂਦੇ ਸੀ। ਉਦਣ ਇਹ ਕੀ ਕੀਤਾ ਵੀ ਇਹਨਾਂ ਨੇ? ਗੁਰਬਖਸ਼ ਸਿੰਘ ਭੁੱਖ ਹੜਤਾਲਾਂ ਕਰਦਾ, ਉਹ ਚਲੇ ਗਿਆ, ਉਹ ਵਿਚਾਰਾ, ਉਹਨੂੰ ਆਖਰਕਾਰ ਇੱਕ ਤਰ੍ਹਾਂ ਦੀ ਮੈਂ ਨਾ ਵੀ ਉਹਨੂੰ ਆਪਣੀ ਜਾਨ ਦੇਣੀ ਪੈ ਗਈ। ਅਤੇ ਉਹ ਕਿਹਨਾਂ ਦੇ ਰਾਜ ਵਿੱਚ ਬੈਠਾ ਸੀ ਭਲਾ? ਇਹ ਪੰਜਾਬ ਦੇ ਲੋਕੋ, ਤੁਹਾਨੂੰ ਰੱਬ ਤੁਹਾਡਾ ਭਲਾ ਕਰੇ, ਚੇਤਾ ਰੱਖਿਆ ਕਰੋ, ਸੋਚ ਲਓ ਸੂਰਤ ਸਿੰਘ ਕਿਹੜੇ ਬੰਨੇ ਚਲ ਗਿਆ, ਭਾਈ ਗੁਰਬਖਸ਼ ਸਿੰਘ ਕਿਹਨੇ ਬੰਨੇ ਚਲ ਗਿਆ। ਜਿਹੜੇ ਅੱਜ ਗੱਲਾਂ ਕਰਦੇ ਆ ਜੋਗਾ ਸਿੰਘ ਖਾਲਿਸਤਾਨੀ ਵਰਗੇ ਵੀਰ ਕਿੱਧਰ ਚਲੇ ਗਏ, ਦੀਪ ਸਿੰਘ ਸਿੱਧੂ ਵਰਗੇ ਕਿੱਧਰ ਚਲੇ ਗਏ, ਕਿੱਥੇ ਗਏ ਨੇ ਉਹ ਲੋਕ? ਉਹਨਾਂ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਵਾਲਾ ਇਹ ਦੁਸ਼ਟ ਪਰਿਵਾਰ ਆ। ਇਸ ਦੁਸ਼ਟ ਪਰਿਵਾਰ ਨੇ ਪਤਾ ਨਹੀਂ ਕਿੰਨੇ ਕੁ ਮਾਵਾਂ ਦੇ ਪੁੱਤ ਖਾ ਲਏ ਨੇ, ਅਤੇ ਕਿੰਨੇ ਕੁ ਹਜੇ ਇਹਨਾਂ ਨੇ ਕੋਬਰਿਆਂ ਨੇ ਹੋਰ ਡੰਗਣੇ ਨੇ। ਬਚ ਜਾਓ ਜੇ ਬਚਿਆ ਜਾਂਦਾ। ਇਹਨਾਂ ਤੋਂ ਬਿਨਾਂ ਪੰਥ ਬਹੁਤ ਕੁਛ ਕਰ ਸਕਦਾ, ਬਹੁਤ ਕੁਛ ਹੋ ਸਕਦਾ, ਕੀਤਾ ਜਾ ਸਕਦਾ। ਇਹ ਨਹੀਂ ਹੈ ਕਿ ਅਸੀਂ ਹਾਰ ਮੰਨ ਕੇ ਬਹਿ ਜਾਈਏ ਕਿ ਹੋ ਹੀ ਕੁਝ ਨਹੀਂ ਸਕਦਾ। ਵਾਟ ਇਜ਼ ਦਿਸ? ਕਿਉਂ ਨਹੀਂ ਹੋ ਸਕਦਾ? ਹੋ ਸਕਦਾ। ਗੁਰੂ ਸਾਡਾ ਸਮਰੱਥ ਆ, ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਚਾਹੇ ਜੇ ਗੁਰੂ ਗੁੰਗੇ ਕੋਲੋਂ ਗੀਤਾ ਦੇ ਅਰਥ ਕਰਾ ਸਕਦਾ, ਗੁਰੂ ਬਾਬੇ ਬਚਿੱਤਰ ਸਿੰਘ ਕੋਲੋਂ, ਭਾਈ ਬਚਿੱਤਰ ਸਿੰਘ ਕੋਲੋਂ ਨਾਗਣੀ ਮਰਵਾ ਕੇ ਸ਼ਰਾਬੀ ਹਾਥੀ ਨੂੰ
ਮਰਵਾ ਸਕਦਾ, ਉਹਨੂੰ ਭਜਵਾ ਸਕਦਾ। ਅਸੀਂ ਠੀਕ ਠਾਕ ਹਾਂ, ਅਸੀਂ ਗੁੰਗੇ ਨਹੀਂ ਹੈਗੇ, ਸਾਡੀਆਂ ਅੱਖਾਂ ਹੈਗੀਆਂ। ਭਾਈ ਬਚਿੱਤਰ ਸਿੰਘ ਦਾ ਤੇ ਸਰੀਰ ਵੀ ਮਧਰਾ ਸੀ, ਸਾਡਾ ਸਰੀਰ ਵੀ ਡੀਲ ਡੋਲ ਆ। ਅਸੀਂ ਆਪਣੇ ਆਪ 'ਚ ਬਹੁਤ ਕੁਝ ਹਾਂ, ਸਾਡੇ ਕੋਲ ਸੁੱਖ ਸਹੂਲਤਾਂ ਹੈਗੀਆਂ। ਜਿਨ੍ਹਾਂ ਨੇ ਘੋੜਿਆਂ ਦੀਆਂ ਟਾਪਾਂ 'ਤੇ ਬਹਿ ਕੇ, ਜੰਗਲਾਂ 'ਚ ਬਹਿ ਕੇ, ਕੱਚਿਆਂ ਭਾਂਡਿਆਂ 'ਚ ਖਾ ਕੇ, ਬਿਨਾਂ ਏਸੀਆਂ ਤੋਂ ਰਹਿ ਕੇ, ਬਿਨਾਂ ਪੱਖਿਆਂ ਤੋਂ ਰਹਿ ਕੇ, ਲਗਜ਼ਰੀ ਗੱਡੀਆਂ ਤੋਂ ਬਿਨਾਂ ਰਹਿ ਕੇ ਕੌਮ ਦੀ ਕੀਤੀ। ਅੱਜ ਸਾਡੇ ਕੋਲ ਸਾਰੀਆਂ ਸੁੱਖ ਸਹੂਲਤਾਂ, ਪਰ ਗੱਲ ਇੱਕੋ ਹੀ ਆ, ਪੰਥ ਵਸੇ ਮੈਂ ਉੱਜਣਾ, ਜਿੰਨਾ ਮਨ ਚਾਹੋ ਘਨੇਰਾ। ਪਰ ਜਿੰਨਾ ਚਿਰ ਇਹ ਗੱਲ ਮੂੰਹ ਤੋਂ ਕਹੀ ਜਾਂਦੇ ਆ, ਅੰਦਰ ਨਹੀਂ ਲੈ ਕੇ ਆਉਂਦੇ ਸੱਜਣੋ, ਉਹਨਾਂ ਚਿਰ ਕੁਝ ਨਹੀਂ ਜੇ ਬਣਨ ਵਾਲਾ। ਆਖਰ ਇੱਕ ਮੈਂ ਤੁਹਾਡੇ ਤੋਂ ਖਿਮਾ ਮੰਗ ਕੇ ਗੱਲ ਕਹਿਣੀ ਚਾਹੁੰਦਾ ਜੀ, ਭਈ ਇਹ ਵੀ ਨਾ ਸੋਚਿਆ ਕਰੋ ਵੀ ਜਿਹੜਾ ਮੈਂ ਸੰਘਰਸ਼ ਕਰਦਾ ਇਹਦਾ ਆਨੰਦ ਵੀ ਮੈਂ ਹੀ ਮਾਣਾ। ਸਾਡੇ 'ਚ ਵੀ ਆ ਵੀ ਇਹਦਾ ਆਨੰਦ ਅਸੀਂ ਮਾਣ ਲਈਏ, ਵੀ ਇਹਦੀ ਜਿਹੜੀ ਸਾਨੂੰ ਜਿਹੜੀ ਇਹਦੀ ਜਿਹੜੀ ਆ ਫਲ ਪ੍ਰਾਪਤੀ ਹੋ ਜਾਵੇ। ਇਹ ਭਰਾਵੋ ਫਲ ਪ੍ਰਾਪਤੀ ਤੇ ਕੌਮ ਨੂੰ ਹੋਊਗੀ, ਕੌਮ ਨੂੰ ਹੋਊਗੀ ਫਲ ਪ੍ਰਾਪਤੀ। ਅਸੀਂ ਤੇ ਫਿਰ ਜਿਹੜਾ ਬੀਜ ਆ, ਜੇ ਉਹ ਕਵੇ ਵੀ ਮੈਂ ਹੁਣ ਇਹਦੀ ਛਾਵੇਂ ਬਹਿਣਾ, ਬਰੂਟੇ ਦਾ ਬੀਜ ਕਵੇ ਵੀ ਮੈਂ ਬਰੂਟੇ ਦੇ ਛਾਵੇਂ ਬਹਿਣਾ, ਪਰ ਬੂਟੇ ਦੇ ਬੀਜ ਨੂੰ ਗਲਣਾ ਪੈਂਦਾ। ਬਰੂਟੇ ਦਾ ਜਿਹੜਾ ਰੁੱਖ ਆ ਉਹ ਲੋਕਾਂ ਨੂੰ ਛਾਂ ਦਿੰਦਾ। ਸਾਡੀ ਜਿਹੜੀ ਕੁਰਬਾਨੀਆਂ, ਸਾਡੀ ਜਿਹੜੀ ਘਾਲਣਾ, ਆਪੇ ਸੰਗਤ, ਆਪੇ ਕੋਈ ਨੌਜਵਾਨ ਪੀੜ੍ਹੀ ਆਊ, ਅਗਲੀਆਂ ਪੀੜ੍ਹੀਆਂ ਆਪੇ ਕਰਦੀਆਂ ਰਹਿਣਗੀਆਂ ਐਨਾਲਿਸਿਸ ਕਿਹਨੇ ਕੀ ਕੀਤਾ। ਪਰੰਤੂ ਆਓ ਆਪਾਂ ਹਉਮੈ ਹੰਕਾਰ ਅਤੇ ਦੁਬਦਾ ਦਵੈਸ਼ ਛੱਡ ਕੇ, ਅਤੇ ਇੱਕ ਗੱਲ ਕਹਿੰਦਾ ਰਹਾਂਗਾ ਜਿੰਨਾ ਚਿਰ ਸਾਹਿਬ ਆ, ਬਾਦਲਾਂ ਨੂੰ ਪਰੇ ਕੱਢ ਕੇ ਕਰੀਏ ਪੰਥ ਦੀ ਏਕਤਾ। ਕਿਉਂਕਿ ਕਦੇ ਵੀ ਧਿਆਨ ਸਿੰਘ ਡੋਗਰੇ ਦਾ ਟੱਬਰ, ਨਰੈਣੂ ਮਹੰਤ ਦਾ ਕੋੜਮਾ ਪ੍ਰਮਾਣ ਨਹੀਂ ਹੈ। ਪੰਜਾਬ ਦੀ ਸੰਗਤ ਨੇ ਸਿਆਸੀ ਤੌਰ 'ਤੇ ਡੋਲੂ ਵਾਂਗੂ ਇਹਨਾਂ ਨੂੰ ਮਾਂਜਤਾ, ਨਿਹੰਗਾਂ ਦੇ ਡੋਲ ਵਾਂਗੂ, ਅਤੇ ਹੁਣ ਧਾਰਮਿਕ ਤੌਰ 'ਤੇ ਇਹਨਾਂ ਨੂੰ ਮਾਂਜਣ ਦੀ ਵਾਰੀ ਹੈ। ਵੇਖਿਓ ਕਿਤੇ ਭੁਲੇਖੇ ਦਾ ਸ਼ਿਕਾਰ ਨਾ ਹੋ ਜਾਓ। ਹੁਣ ਇਹਨਾਂ ਕੋਲੋਂ ਪੈਨ ਖੋਲ੍ਹੀਏ ਜਿਹੜੇ ਪੈਨ ਨਾਲ ਇਹ ਗਲਤ ਲੋਕਾਂ ਨੂੰ ਮਾਫੀਆਂ ਦੇ ਦਿੰਦੇ ਨਾ ਮਾਫੀਆਂ, 90 ਹਜ਼ਾਰ ਦੇ ਇਸ਼ਤਿਹਾਰ ਕਰਦੇ। ਉਹ ਪੈਨ ਫੜ ਲਈਏ ਇਹਨਾਂ ਕੋਲੋਂ, ਜਿਹੜੇ ਲੋਕਾਂ ਨਾਲ ਇਹ ਗਲਤ ਮਤਲਬ ਉਹ ਕਿਹੜਾ ਸੀਗਾ ਸਾਧ ਉੱਥੇ, ਮੈਨੂੰ ਉਹਦਾ ਨਾਂ ਵਿਸਰ ਗਿਆ, ਨਹੀਂ ਉਹ ਜਿਹਨੂੰ ਇਹਨਾਂ ਨੇ ਬਲਾਤਕਾਰ 'ਚੋਂ ਬਰੀ ਕੀਤਾ ਸੀਗਾ, ਨਹੀਂ ਬਲਾਤਕਾਰ ਵਿੱਚੋਂ ਇਹਨਾਂ ਨੇ ਬਰੀ ਕਰਤਾ ਸੀਗਾ ਗਿਆਨੀ ਗੁਰਬਚਨ ਸਿੰਘ ਹੁਣਾਂ ਨੇ, ਅਤੇ ਅਦਾਲਤ ਨੇ ਉਹਨੂੰ ਸਜ਼ਾ ਦੇ ਦਿੱਤੀ ਸੀ। ਹਾਂਜੀ, ਉਹੋ ਜਿਹੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਉਹ ਬੰਦ ਹੋਣ। ਜਿਹੜੇ ਕੋਈ ਇੱਥੇ ਜਿਹੜੇ ਕੋਈ ਲਿਫਾਫਾ ਵੱਡਾ ਲੈ ਕੇ ਆਉਣ, ਉਹਦੀ ਗਲਤੀ ਵੀ ਮਾਫ ਹੋ ਜਾਂਦੀ ਹੈ, ਅਤੇ ਜਿਹੜੇ ਵਿਚਾਰੇ ਗਰੀਬੜੇ ਹੈਗੇ ਆ ਉਹਨਾਂ ਨੂੰ ਬਿਨਾਂ ਹੀ ਕੁਛ ਕੀਤਿਆਂ ਉਹ ਨਸ਼ਈ ਹੋ ਜਾਂਦੇ ਆ, ਸ਼ਰਾਬੀ ਹੋ ਜਾਂਦੇ ਆ, ਪੰਥ ਤੋਂ ਛੇਕੇ ਜਾਂਦੇ ਆ। ਕੁਝ ਲੋਕ ਇੱਥੇ ਇੱਕ ਖੇਤ ਦੇ ਫਾਸਲੇ ਦੇ ਵਿੱਚ ਹੀ ਛੇਕੇ ਗਏ, ਹੈ ਨਾ। ਜਿਹੜੀ ਛੇਕਣ ਵਾਲੀ ਡਰਿੱਲ ਵੀ ਇਹਨਾਂ ਕੋਲ ਖੋਲ੍ਹੀਏ, ਉਹ ਵੀ ਪੰਥ ਦੇਖੇ, ਪੰਥ ਵਿੱਚ ਗੁਰਮਤਾ ਹੋਵੇ ਵੀ ਕਿਹਨੂੰ ਛੇਕਣਾ ਕਿਹਨੂੰ ਨਹੀਂ ਛੇਕਣਾ, ਕੀ ਕਰਨਾ ਕੀ ਨਹੀਂ ਕਰਨਾ। ਜਿਹੜੇ ਮਤਲਬ ਗਲਤ ਫੈਸਲਾ ਕਰਨ ਵਾਲਾ ਪੈਨ ਭਾਵ ਮੇਰਾ ਕਹਿਣ ਦਾ ਵੀ ਉਹ ਇਹਨਾਂ ਕੋਲੋਂ ਖੋਲ੍ਹਿਆ ਜਾਣਾ ਚਾਹੀਦਾ। ਉਹ ਖੋਇਆ ਤਾਂ ਹੀ ਜਾਣਾ ਵਾ ਵੀ ਜਿਹੜੀ ਇਹ ਵੈਸੇ ਸਿਲੈਕਸ਼ਨ ਆ, ਪਹਿਲਾਂ ਸਿਲੈਕਸ਼ਨ ਕਰੀਏ, ਗੁਰਸਿੱਖਾਂ ਨੂੰ ਅੱਗੇ ਲਾ ਕੇ ਆਈਏ, ਜਦੋਂ ਇਲੈਕਸ਼ਨ ਆਵੇਗੀ ਉਹੀ ਗੁਰਸਿੱਖ ਅੱਗੇ ਆ ਜਾਣਗੇ। ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ। ਜ਼ਰੂਰ ਕਮੈਂਟ ਕਰਕੇ ਦੱਸਿਓ ਭਾਈ ਖੋਸਾ ਜੀ ਨੇ ਜਿੰਨੇ ਵੀ ਗੱਲਾਂ ਬਾਤਾਂ ਕੀਤੀਆਂ ਨੇ ਬਾਦਲ ਕਹਿੰਦੇ ਸੰਬੰਧ ਵਿੱਚ ਕੀਤੀਆਂ ਨੇ, ਵੀ ਉਹਨਾਂ ਨੂੰ ਲਾਂਭੇ ਕਰਕੇ ਖਾਲਸਾ ਪੰਥ ਇਕਜੁੱਟ ਹੋਵੇ। ਖਾਲਸਾ ਪੰਥ ਬਹੁਤ ਵਿਸ਼ਾਲ ਆ, ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ। ਖਾਲਸਾ ਪੰਥ ਆਪਦੇ ਮਸਲੇ ਆਪ ਹੱਲ ਕਰ ਸਕਦਾ। ਦੋ ਤਿੰਨ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਨੇ ਜਿਹੜੀਆਂ ਭਾਈ ਖੋਸਾ ਜੀ ਨਾਲ ਗੱਲਾਂ ਬਾਤਾਂ ਹੋਈਆਂ। ਤੁਸੀਂ ਵੀ ਜ਼ਰੂਰ ਉਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਸੰਬੰਧ ਵਿੱਚ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਿਓ। ਇੱਕ ਭਾਈ ਖੋਸਾ ਜੀ ਨੇ ਜਦੋਂ ਗੱਲਬਾਤ ਕਰ ਰਹੇ ਸੀਗੇ ਤਾਂ ਮੈਂ ਉਹਨਾਂ ਦਾ ਚਿਹਰਾ ਵੇਖ ਰਿਹਾ ਸੀਗਾ, ਔਰ ਮੈਂ ਖੁਦ ਵੀ ਕਈ ਵਾਰ ਵੇਖਦਾ ਹੁੰਦਾ। ਦੀਪ ਸਿੱਧੂ ਵੀ ਇਸ ਜਹਾਨੋਂ ਰੁਖਸਤ ਹੋ ਗਿਆ। ਆਹੀ ਗੱਲ ਕਹਿੰਦਾ ਕਿ ਜਦੋਂ ਆਪਾਂ ਸੰਘਰਸ਼ ਦੇ ਵਿੱਚ ਹੁੰਦੇ ਆ, ਜਦੋਂ ਸੰਘਰਸ਼ ਦੇ ਦੌਰਾਨ ਅਸੀਂ ਤੰਗੀਆਂ ਤੁਰਸ਼ੀਆਂ ਝੱਲ ਰਹੇ ਹੁੰਦੇ ਆ, ਚਾਹੇ ਉਹ ਆਰਥਿਕ ਤੰਗੀਆਂ ਹੋਣ, ਚਾਹੇ ਉਹ ਜੇਲ੍ਹਾਂ ਦੀਆਂ ਤੰਗੀਆਂ ਹੋਣ, ਚਾਹੇ ਕਿਸੇ ਹੋਰ ਤਰ੍ਹਾਂ ਦੀਆਂ ਤੰਗੀਆਂ ਹੋਣ, ਉਸ ਵੇਲੇ ਆਪਾਂ ਉਸ ਤਰੀਕੇ ਨਾਲ ਨਹੀਂ ਖੜਦੇ ਜਿਸ ਤਰੀਕੇ ਨਾਲ ਖੜਨ ਦੀ ਲੋੜ ਹੁੰਦੀ ਆ। ਪਰ ਮਗਰੋਂ ਫਿਰ ਆਪਾਂ ਭੋਗਾਂ 'ਤੇ ਜ਼ਰੂਰ ਇਕੱਠੇ ਹੋ ਜਾਂਦੇ ਆ। ਸੋ ਮੈਨੂੰ ਲੱਗਦਾ ਕਿ ਇਹ ਵੀ ਇੱਕ ਬੜੀ ਵੱਡੀ ਗੱਲ ਹੈਗੀ ਆ। ਮਹਿੰਗੇ ਵਕੀਲ 18 ਮਹੀਨੇ ਜੇਲ੍ਹਾਂ ਦੀਆਂ ਚਾਰ ਦੀਵਾਰੀਆਂ ਦੇ ਅੰਦਰ ਜਦੋਂ ਰਿਹਾ ਜਾਵੇ, ਇੱਕ ਕੇਸ ਅੰਦਰ ਬੈਠੇ ਤੇ ਦੂਆ ਕੇਸ ਫਿਰ ਤੀਆ ਚੌਥਾ, ਇੱਦਾਂ ਬਹੁਤ ਕੁਝ ਚੱਲਦਾ ਰਹੇ, ਤਾਂ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਸੋ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਸਾਰਿਆਂ ਦੇ ਨਾਲ ਬਰਾਬਰ ਖੜਨਾ ਚਾਹੀਦਾ। ਦੂਜੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈਗੀ ਆ ਕਿ ਬਾਦਲਕਿਆਂ ਨੂੰ ਲਾਂਭੇ ਕਰਕੇ ਖਾਲਸਾ ਪੰਥ ਇਕਜੁੱਟ ਹੋਵੇ। ਤੀਜੀ ਗੱਲ ਜਿਹੜਾ ਇਹਨਾਂ ਨੂੰ ਰੰਜ਼ ਹੈਗਾ ਉਹ ਇਹੀ ਹੈ ਕਿ ਜਦੋਂ ਆਪਾਂ ਅੰਦਰ ਚੱਲ ਜਾਂਦੇ ਹਾਂ, ਜਿਨ੍ਹਾਂ ਬੰਦਿਆਂ ਨੇ ਕੋਈ ਸੰਘਰਸ਼ ਵਿੱਢਿਆ ਹੁੰਦਾ ਹੈਗਾ, ਉਹਨਾਂ ਬੰਦਿਆਂ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਸੰਘਰਸ਼ ਫਿੱਕੇ ਪੈ ਜਾਂਦੇ ਆ। ਕਿਉਂ ਪੈ ਜਾਂਦੇ ਆ? 328 ਸਰੂਪਾਂ ਦਾ ਜਿਹੜਾ ਮਾਮਲਾ ਹੈਗਾ ਉਹ ਭਾਈ ਵਡਾਲਾ ਜੀ ਨੇ ਜ਼ਰੂਰ ਮਘਾ ਕੇ ਰੱਖਿਆ ਹੋਇਆ, ਪਰ ਬਾਕੀ ਜਿਹੜੇ ਸਿੰਘ ਹੈਗੇ ਆ
ਉਹ ਉਸ ਮਸਲੇ ਨੂੰ ਕਿਉਂ ਨਹੀਂ। ਸ਼ਾਇਦ ਕਈ ਵਾਰ ਮੈਨੂੰ ਇਹ ਲੱਗਦਾ ਹੁੰਦਾ ਕਿ ਇੱਕ ਮਸਲਾ ਤਿਆਰ ਵਾ, ਦੂਆ ਮਸਲਾ ਘੜਪ ਕਰਕੇ ਸਿਰ ਦੇ ਉੱਪਰ, ਦੂਜੇ ਬਾਰੇ ਹਲੇ ਮੀਟਿੰਗ ਚੱਲਦੀ ਹੁੰਦੀ ਆ, ਰਾਤ ਨੂੰ ਮੀਟਿੰਗ ਕਰਕੇ ਸੌਂਦੇ ਆ ਸਿੰਘ, ਸਵੇਰ ਚੜ੍ਹਦੀ ਆ, ਤੀਜਾ ਮਸਲਾ ਠਾਹ ਕਰਕੇ ਸਿਰ ਦੇ ਉੱਪਰ ਫੇਰ ਲਿਆੜ ਕੇ ਖੜਾ ਕਰ ਦਿੱਤਾ ਜਾਂਦਾ। ਸ਼ਾਇਦ ਇਸ ਕਰਕੇ ਵੀ ਸਾਰੇ ਜਾਣੇ ਉਹਨਾਂ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਨੇ। ਜ਼ਰੂਰ ਤੁਸੀਂ ਸਾਰੇ ਜਾਣੇ ਆਪਣੀ ਰਾਏ ਦੇਣ ਦੀ ਕੋਸ਼ਿਸ਼ ਕਰਿਓ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਵੇਂ ਭਾਈ ਸਾਹਿਬ ਜੀ ਦਾ ਕਹਿਣਾ ਹੈਗਾ ਕਿ ਜਿਹੜਾ ਉਹ ਪੈਨੋ ਆ, ਭਾਵ ਕਿ ਜਿਹੜੀ ਉਹਨਾਂ ਦੇ ਕੋਲ ਤਾਕਤ ਹੈਗੀ ਆ, ਉਹਨਾਂ ਦੇ ਕੋਲੋਂ ਤਾਕਤ ਖੋਹ ਕੇ, ਕਿਉਂਕਿ ਹੁਣ ਮੌਕਾ ਆਉਣ ਵਾਲੇ ਸਮੇਂ 'ਚ ਬਣ ਜਾਣਾ, ਤਾਕਤ ਖਾਲਸਾ ਪੰਥ ਦੇ ਹੱਥਾਂ ਵਿੱਚ ਆ ਜਾਵੇ, ਭਾਵ ਕਿ ਉਹ ਪੈਨ ਖਾਲਸਾ ਪੰਥ ਦੇ ਕੋਲ ਆ ਜਾਵੇ, ਉਹਦੇ ਨਾਲ ਫਿਰ ਉਸ ਪੈਨ ਦੇ ਨਾਲ ਉਹ ਇਬਾਰਤ ਲਿਖੀ ਜਾਵੇ ਜਿਹੜੀ ਇਬਾਰਤ ਖਾਲਸਾ ਪੰਥ ਦੇ ਖਾਤੇ ਵਿੱਚ ਭੁਗਤ ਸਕਦੀ ਹੋਵੇ। ਜ਼ਰੂਰ ਕਮੈਂਟ ਕਰਕੇ ਦੱਸਿਓ ਕੀ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥ ਦਰਦੀ ਕਾਬਜ ਹੋ ਕੇ ਹੀ ਪੰਥ ਦਾ ਕੁਝ ਭਲਾ ਕਰ ਸਕਦੇ ਆ, ਜਾਂ ਸ਼੍ਰੋਮਣੀ ਕਮੇਟੀ ਤੇ ਕਾਬਜ ਨਾ ਹੋ ਕੇ ਸਮੂਹ ਖਾਲਸਾ ਪੰਥ ਇਕਜੁੱਟ ਰਹਿ ਕੇ ਵੀ ਵੱਡੀਆਂ ਪ੍ਰਾਪਤੀਆਂ ਕਰ ਸਕਦਾ ਹੈ। ਜ਼ਰੂਰ ਕਮੈਂਟ ਕਰਿਓ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਭਾਈ ਸਾਹਿਬ ਜੀ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਤੁਹਾਡਾ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।